ਧੰਨਵਾਦ ਜੀ ਤੁਹਾਡਾ। ਜਦੋਂ ਮੈਂ ਆ ਕੇ ਬੈਠਾ ਤੇ ਬਹੁਤ ਪਿਆਰੇ ਸ਼ਬਦ ਧਾਮੀ ਸਾਹਿਬ ਨੇ ਜਿਹੜੇ ਬੋਲੇ, ਤੇ ਉਹਨਾਂ ਸਾਰੇ ਸ਼ਬਦਾਂ ਵਿੱਚੋਂ ਸਿਰਫ ਥਿੰਦ ਕੱਢਦੀ ਹੈ ਤੇ ਬਾਕੀ ਸਭ ਕੁਝ ਮੇਰਾ ਹੀ ਸੀ। ਧਾਮੀ ਸਾਹਿਬ ਤੁਸੀਂ ਕਿਹਾ ਵੀ ਹਾਂ ਆਪਾਂ ਨੂੰ ਇਹ ਕਹਿਣਾ ਨਹੀਂ ਪੈਣਾ ਵੀ ਤੁਸੀਂ ਹੁਣ ਬਸ ਕਰੋ, ਜਿੰਨਾ ਮਰਜ਼ੀ ਬੋਲੀ ਜਾਓ। ਮੈਂ ਅੱਜ ਸਵੇਰੇ ਹੀ ਉੱਠ ਕੇ ਸੋਚ ਰਿਹਾ ਸੀ, ਮੈਂ ਕਈ ਦਿਨਾਂ ਤੋਂ ਇਸ ਰੂਬਰੂ ਬਾਰੇ ਸੋਚਿਆ ਨਹੀਂ ਸੀ, ਕਿਉਂਕਿ ਮੈਨੂੰ ਸੀ ਜਿਸ ਦਿਨ ਰੂਬਰੂ ਆਉਣਾ ਹੈ ਹੋਣਾ ਉਸ ਦਿਨ ਸੋਚਾਂਗੇ। ਤੇ ਮੈਂ ਸਵੇਰੇ ਸੋਚਿਆ ਕਿ ਮੈਂ ਉੱਥੇ ਬੋਲਣਾ ਕੀ ਹੈ। ਮੈਂ ਜਿਸ ਦਿਨ ਦਾ ਆਇਆ ਮੈਂ ਲਗਾਤਾਰ ਬੋਲ ਰਿਹਾ। ਇਹ ਬਹੁਤ ਸਾਰੀਆਂ ਇੰਟਰਵਿਊਜ਼ ਹੋਈਆਂ, ਲਗਾਤਾਰ ਹੀ ਹੋ ਰਹੀਆਂ, ਦਿਨ 'ਚ 4 ਵੀ ਹੋ ਰਹੀਆਂ, ਔਰ ਉੱਥੇ ਸਾਰੀਆਂ ਗੱਲਾਂ ਆਪਣੀਆਂ ਮੈਂ ਦੱਸ ਵੀ ਚੁੱਕਾ। ਔਰ ਪੱਤਰਕਾਰ ਵੀ ਅੱਗੋਂ ਮਤਲਬ ਕਿ ਇੰਨੀ ਉਹਨਾਂ ਨੇ ਰਿਸਰਚ ਕੀਤੀ ਹੈ, ਥੈਂਕਸ ਹੈ ਉਹਨਾਂ ਦਾ, ਕਿ ਉਹ ਮੇਰੇ ਬਚਪਨ ਬਾਰੇ, ਮੇਰੇ ਮਾਪਿਆਂ ਬਾਰੇ, ਮੇਰੇ ਪਿੰਡ ਬਾਰੇ, ਮੇਰੀ ਪੜ੍ਹਾਈ ਬਾਰੇ, ਮੇਰੇ ਥੀਏਟਰ ਬਾਰੇ, ਮੇਰੇ ਇਕੱਲੇ ਨਾਟਕ ਬਾਰੇ, ਫਿਲਮ ਬਾਰੇ, ਉਹ ਸਾਰਾ ਕੁਝ ਉਹ ਮੈਨੂੰ ਪੁੱਛ ਨਹੀਂ ਰਹੇ, ਦੱਸ ਰਹੇ ਨੇ ਵੀ ਤੁਸੀਂ ਆਹ ਵੀ ਕੀਤਾ। ਤਾਂ ਮਤਲਬ ਕਿ ਸਾਰੇ ਜਾਣਦੇ ਨੇ। ਸੋ ਇਸ ਕਰਕੇ ਮੈਂ ਸਵੇਰੇ ਸੋਚਿਆ ਕਿ ਬੋਲਣ ਲਈ ਹੁਣ ਕੁਛ ਰਹਿ ਨਹੀਂ ਗਿਆ। ਅਤੇ ਮੈਂ ਇੱਦਾਂ ਸੋਚ ਰਿਹਾ ਸੀ, ਮੇਰੀ ਵੱਡੀ ਭੈਣ ਕਹਿੰਦੇ ਵੀ ਚਾਹ ਪੀ ਲੈ। ਮੈਂ ਠੀਕ ਹੈ, ਉਹਨਾਂ ਚਾਹ ਲਿਆ ਕੇ ਦਿੱਤੀ, ਮੈਂ ਚਾਹ ਪੀ ਕੇ ਹਟਿਆ। ਫਿਰ ਮੈਨੂੰ ਲੱਗਿਆ ਨਹੀਂ ਹਾਲੇ ਕੁਛ ਹੈਗਾ, ਬੋਲਿਆ ਜਾ ਸਕਦਾ। ਅਤੇ ਜਦੋਂ ਧਾਮੀ ਸਾਹਿਬ ਬੋਲ ਰਹੇ ਸੀ, ਧਾਮੀ ਸਾਹਿਬ ਨੇ ਮੇਰੀ ਮਦਦ ਕੀਤੀ। ਕਹਿੰਦੇ ਵੀ ਉਹ ਆਪਣੇ ਨਾਟਕਾਂ ਦੇ ਵਿੱਚ ਆਪਣਾ ਮੂਲ ਪਛਾਣਦਾ ਹੈ। ਸੋ ਉਹ ਮੂਲ ਪਛਾਣਨ ਵਾਲੀ ਗੱਲਾਂ ਹੀ ਮੈਂ ਤੁਹਾਡੇ ਨਾਲ ਅੱਜ ਕਰਨੀਆਂ, ਕਿ ਜੇ ਮੈਂ ਨਾਟਕ ਲਿਖਦਾ, ਜੇ ਮੇਰਾ ਨਾਟਕ ਪ੍ਰਵਾਨ ਹੋ ਰਿਹਾ ਹੈ, ਜੇ ਲੋਕੀ ਪਿਆਰ ਦੇ ਰਹੇ, ਜੇ ਕੁਝ ਲੋਕੀ ਕਹਿ ਰਹੇ ਨੇ ਕਿ ਕੁਝ ਵੱਖਰੀ ਕਿਸਮ ਦਾ ਅਨੁਭਵ ਹੋ ਰਿਹਾ ਹੈ, ਉਹ ਕਿੱਥੋਂ ਨਿਕਲ ਕੇ ਆ ਰਿਹਾ। ਅੱਜ ਮੈਂ ਤੁਹਾਡੇ ਸਾਹਮਣੇ ਉਹ ਸਮਝਣ ਦੀ ਕੋਸ਼ਿਸ਼ ਕਰਾਂਗਾ। ਮੈਂ ਤੁਹਾਡੇ ਨਾਲ ਗੱਲਾਂ ਨਹੀਂ ਕਰ ਰਿਹਾ, ਅਸਲ ਦੇ ਵਿੱਚ ਮੈਂ ਉਹ ਸਮਝਣ ਦੀ ਕੋਸ਼ਿਸ਼ ਕਰਾਂਗਾ ਕਿ ਉਹ ਜਿੱਦਾਂ ਦਾ ਮੈਂ ਹੈਗਾ ਉੱਦਾਂ ਦਾ ਮੈਂ ਕਿੱਥੋਂ ਨਿਕਲਿਆ। ਮੇਰਾ ਬਚਪਨ ਖੇਤੀ ਪਰਿਵਾਰ 'ਚੋਂ ਹੋਇਆ, ਆਮ ਸਧਾਰਨ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ। ਅਤੇ ਆਮ ਤੌਰ 'ਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਨਾ 3-4 ਕੈਟਾਗਰੀਜ਼ ਬਣਾਉਂਦੇ ਆਪਾਂ ਵੀ ਆਹ ਕਿਤਾਬੀ ਕੀੜਾ ਹੈ, ਇਹ ਪੜ੍ਹਨ ਨੂੰ ਬਹੁਤ ਸੁਸਤ ਹੈ, ਆਹ ਇਲਤੀ ਕਿਸਮ ਦਾ, ਸ਼ਰਾਰਤੀ ਕਿਸਮ ਦਾ ਹੈ, ਇਹ ਲੜਾਈ ਕਰਨ ਵਾਲਾ ਹੈ। ਇੱਦਾਂ ਦੀਆਂ ਕੁਛ ਆਪਾਂ ਕੈਟਾਗਰੀਜ਼ ਬਣਾਉਂਦੇ ਵੀ, ਜਾਂ ਇਹ ਬਿਲਕੁਲ ਨਿਕੰਮਾ ਹੈ, ਇਹ ਪੜ੍ਹਨ ਨੂੰ ਨਲਾਇਕ ਹੈ। ਜਦੋਂ ਮੈਂ ਆਪਣੇ ਬਾਰੇ ਸੋਚਦਾ ਤਾਂ ਮੈਨੂੰ ਇੱਕ ਵੀ ਕੈਟਾਗਰੀ ਨਹੀਂ ਲੱਭਦੀ ਇਹਨਾਂ ਵਿੱਚੋਂ, ਇੱਕ ਵੀ ਕੈਟਾਗਰੀ ਮਿਸ ਨਹੀਂ ਹੁੰਦੀ, ਸਾਰੀਆਂ 'ਚੋਂ ਹੀ। ਸੋ ਉਹ ਮੈਂ ਕੈਟਾਗਰੀ ਇੱਕ ਦੀ ਗੱਲ ਤੁਹਾਡੇ ਨਾਲ ਕਰਨੀ ਹੈ। ਪਹਿਲੀ ਕੈਟਾਗਰੀ ਇਹ ਸੀ ਕਿ ਜਦੋਂ ਮੈਂ ਪੜ੍ਹਦਾ ਸੀ ਬਹੁਤ ਹੁਸ਼ਿਆਰ ਸੀ, ਬਹੁਤ ਜ਼ਿਆਦਾ, ਮਤਲਬ ਮੈਂ ਤੁਹਾਡੇ ਸਾਹਮਣੇ ਮੰਨ ਰਿਹਾ। ਜਦੋਂ ਮੈਂ ਪੜ੍ਹਦਾ ਸੀ ਅਤੇ ਮੈਂ ਆਪਣੇ ਅਧਿਆਪਕਾਂ ਦਾ ਵਿਦਿਆਰਥੀ ਹਰਮਨ ਪਿਆਰਾ ਹੁੰਦਾ ਸੀ। ਔਰ ਪਹਿਲੀ ਕਲਾਸ ਤੋਂ ਲੈ ਕੇ ਮੈਂ ਜਿੰਨਾ ਵੀ ਪੜ੍ਹਿਆ ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦਾ ਰਿਹਾ, ਟੌਪ ਹੀ ਕਰਦਾ ਰਿਹਾ। ਇੱਕ ਸਾਲ 8ਵੀਂ ਕਲਾਸ ਦੇ ਵਿੱਚ ਮੇਰੇ ਨਾਲ ਇੱਕ ਕੁੜੀ ਪੜ੍ਹਦੀ ਸੀ, 6ਵੀਂ ਤੋਂ ਪੜ੍ਹਨਾ ਸ਼ੁਰੂ ਕੀਤਾ ਇਕੱਠਿਆਂ ਨੇ। ਉਹ 7 ਨੰਬਰਾਂ ਨਾਲ ਮੈਨੂੰ ਦੂਜੇ ਨੰਬਰ 'ਤੇ ਛੱਡ ਗਈ ਅਤੇ ਉਹ ਟੌਪ ਕਰ ਗਈ। ਅਤੇ ਕੁਛ ਦਿਨ ਮਤਲਬ ਮੇਰੇ ਮਨ 'ਚ ਐਂ ਚੱਲਦਾ ਰਿਹਾ ਵੀ ਇਹ ਮੈਨੂੰ ਕਿਤੇ ਇਕੱਲੀ ਟੱਕਰ ਜਾਏ ਨਾ, ਮੈਂ ਇਹਦੀ ਧੌਣ ਨੱਪਦਾ, ਨਹੀਂ ਤਾਂ ਅੱਗੋਂ ਖਰਾਬ ਕਰੂ। ਫਿਰ ਉਹ ਤਾਂ ਹੋਇਆ ਨਾ ਮੇਰੇ ਤੋਂ। ਫਿਰ 9ਵੀਂ ਕਲਾਸ, ਜਦੋਂ 9ਵੀਂ ਕਲਾਸ ਦਾ ਰਿਜ਼ਲਟ ਆਇਆ ਅਤੇ 72 ਨੰਬਰਾਂ ਨਾਲ ਮੈਂ ਉਹਨੂੰ ਪਿੱਛੇ ਛੱਡ ਕੇ ਅਤੇ ਫਸਟ ਆ ਗਿਆ, ਦੁਬਾਰਾ ਟੌਪ 'ਤੇ ਆ ਗਿਆ। ਜਦੋਂ ਫਿਰ 10ਵੀਂ ਕਲਾਸ ਆਈ, 10ਵੀਂ ਕਲਾਸ ਬੋਰਡ ਦੇ ਐਗਜ਼ਾਮ ਹੁੰਦੇ ਸੀ। ਬੋਰਡ ਦੇ ਕਲਾਸ ਦੇ ਵਿੱਚ ਜਦੋਂ ਅਸੀਂ ਗਏ ਅਤੇ ਮੇਰਾ ਰੋਲ ਨੰਬਰ 3,85,620 ਸੀ, ਉਹਦਾ 3,85,627 ਸੀ। ਅਤੇ ਜਦੋਂ ਰਿਜ਼ਲਟ ਆਇਆ ਅਤੇ ਮੇਰੇ 1005 ਨੰਬਰ ਸੀ, ਅਤੇ ਮੈਂ ਪੂਰੇ ਪੰਜਾਬ ਦੀ ਜਿਹੜੀ ਮੈਰਿਟ ਲਿਸਟ ਹੁੰਦੀ ਹੈ ਉਸ ਪੂਰੇ ਪੰਜਾਬ ਦੇ ਵਿੱਚੋਂ 65ਵੇਂ ਨੰਬਰ 'ਤੇ ਸੀ। ਅਤੇ ਉਹ ਕੁੜੀ ਮੈਰਿਟ ਵਿੱਚ ਨਹੀਂ ਸੀ, ਉਹ ਕਾਫੀ ਪਿੱਛੇ ਰਹਿ ਚੁੱਕੀ ਸੀ। ਪਰ ਜਿਹੜਾ ਸਕੂਲ ਦਾ ਰਿਜ਼ਲਟ ਸੀ ਸਾਡੇ ਦਾ, ਉਹਦੇ ਵਿੱਚ ਉਹ ਅਗੇਨ ਦੂਜੇ ਨੰਬਰ 'ਤੇ ਹੀ ਸੀ। ਸੋ ਮਤਲਬ ਅਸੀਂ 5 ਸਾਲ ਕਿਸੇ ਤੀਜੇ ਨੂੰ ਵਿੱਚ ਨਹੀਂ ਸੀ ਵੜਨ ਦਿੱਤਾ, ਵੀ ਉਹ ਫਸਟ ਸੈਕਿੰਡ ਹੀ ਆਉਂਦੇ ਰਹੇ। ਉਹ ਕੁੜੀ ਅੱਜ ਕੱਲ੍ਹ ਇੱਥੇ ਰਹਿੰਦੀ ਹੈ ਕੈਨੇਡਾ ਦੇ ਵਿੱਚ। ਜਦੋਂ ਮੈਂ 1995 ਦੇ ਵਿੱਚ ਇੱਥੇ ਆਇਆ ਤਾਂ ਮੈਂ ਉਸ ਕੁੜੀ ਨੂੰ ਮਿਲਿਆ, ਮੈਂ ਉਹਦੇ ਘਰੇ ਗਿਆ। ਉਹ ਚਾਹ ਚੂ ਪੀਂਦਿਆਂ ਮੈਨੂੰ ਕਹਿੰਦੀ ਵੀ ਸਾਹਿਬ, ਮੈਨੂੰ ਸਾਹਿਬ ਕਹਿੰਦੇ ਹੁੰਦੀ, ਬਾਅਦ 'ਚ ਸਾਹਿਬ ਬਣਿਆ। ਕਹਿੰਦੀ ਸਾਹਿਬ ਦੇਖ ਲੈ, ਤੂੰ ਮੈਰਿਟ ਵਿੱਚ ਜਿੰਨਾ ਮਰਜ਼ੀ ਮੈਨੂੰ ਪਿੱਛੇ ਛੱਡਦਾ ਰਿਹਾ, ਅਤੇ ਪਰ ਜ਼ਿੰਦਗੀ ਦੇ ਵਿੱਚ ਨਾ ਸੈੱਟ ਤੇਰੇ ਤੋਂ ਪਹਿਲਾਂ ਮੈਂ ਹੋਈ ਹਾਂ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕੋਈ ਗੱਲ ਸੁਣ, ਆਹ ਜਿਹੜੇ ਪਕੌੜੇ ਰੱਖੇ ਹੋਏ ਆ ਟੇਬਲ ਦੇ ਉੱਤੇ, ਇਹ ਤੂੰ ਮੈਨੂੰ ਖਾਣ ਦੇਣੇ ਕਿ ਨਹੀਂ? ਮੈਂ ਅਪਸੈਟ ਰਹਿਣ ਦਾ ਰਾਹ ਚੁਣ ਚੁੱਕਾ ਹੋਇਆ, ਤੂੰ ਮੈਨੂੰ ਸੈੱਟ ਕਰਨ ਦੀ ਕੋਸ਼ਿਸ਼ ਨਾ ਕਰ। ਸੋ ਇੰਨੀ ਕੁ ਗੱਲ ਕਰਕੇ ਮੈਂ ਤੁਹਾਨੂੰ ਇੰਨਾ ਕੁ ਤਾਂ ਜਚਾ ਚੁੱਕਾ ਕਿ ਮੈਂ ਬਹੁਤ ਹੁਸ਼ਿਆਰ ਹੁੰਦਾ ਸੀ ਪੜ੍ਹਨ ਨੂੰ, ਪਰ ਮੈਂ ਕਿਤਾਬੀ ਕੀੜਾ ਨਹੀਂ ਸੀ। ਮੇਰੀ ਬੀਬੀ ਮੈਨੂੰ ਕਹਿੰਦੀ ਹੁੰਦੀ ਸੀ, ਤੂੰ ਇਕੱਲਾ ਬੈਠ ਕੇ ਨਹੀਂ ਪੜ੍ਹ ਸਕਦਾ ਉੱਥੇ ਪਰਲੇ ਪਾਸੇ ਕਿਤੇ ਜਾ ਕੇ, ਘਰ ਦੇ ਵਿੱਚ ਕਮਰੇ ਹੈਗੇ ਆ। ਪਰ ਮੈਨੂੰ ਸੀ ਜਿੱਥੇ ਸਾਰਾ ਪਰਿਵਾਰ ਮੇਰਾ ਬੈਠਦਾ ਸੀ, ਜੁਆਇੰਟ ਫੈਮਿਲੀ ਸੀ, ਅਸੀਂ 6 ਭੈਣ ਭਰਾ ਸੀ, ਵਿੱਚ ਬੈਠ ਕੇ ਹੀ ਪੜ੍ਹਦਾ ਸੀ ਸਾਰਿਆਂ ਦੇ। ਅਤੇ ਮੈਂ ਉਹਨੂੰ ਕਹਿੰਦੇ ਮੈਨੂੰ ਇਕੱਲਾ ਬੈਠਣ ਨੂੰ ਨਾ ਕਹੋ, ਜੇ ਮੈਂ ਇਕੱਲਾ ਬੈਠ ਕੇ ਪੜ੍ਹੂੰਗਾ ਨਾ ਮੈਨੂੰ ਲੱਗਣਾ ਕਿ ਮੈਂ ਕੋਈ ਵੱਖਰਾ ਕੰਮ ਕਰ ਰਿਹਾ,
ਕੋਈ ਬੋਝ ਮੇਰੇ ਤੇ ਪੈ ਜਾਣਾ। ਜਦ ਮੈਂ ਤੁਹਾਡੇ ਵਿੱਚ ਬੈਠਾ ਆਪਣਾ ਕੰਮ ਕਰ ਰਿਹਾ ਹੁੰਦਾ ਨਾ, ਫਿਰ ਬੋਝ ਨਹੀਂ ਪੈਂਦਾ। ਸੋ ਇੱਦਾਂ ਹੀ ਪੜ੍ਹਾਈ ਕੀਤੀ ਬਿਨਾਂ ਕੋਈ ਬੋਝ ਪਾਇਆ। ਤੇ ਫਿਰ ਹੁੰਦਾ ਕਿ ਜਿਹੜਾ ਬੰਦਾ ਪੜ੍ਹਾਈ ਨੂੰ ਬਹੁਤ ਹੁਸ਼ਿਆਰ ਹੋਵੇ ਉਹ ਸ਼ਰਾਰਤੀ ਨਹੀਂ ਹੁੰਦਾ। ਮੈਂ ਸਿਰੇ ਦਾ ਸ਼ਰਾਰਤੀ ਸੀ। ਮੇਰਾ ਖਿਆਲ ਆਪਣੇ ਪਿੰਡ ਦਾ ਸਭ ਤੋਂ ਇਲਤੀ ਬੱਚਾ ਮੈਂ ਸੀ। ਇਲਤ ਵੀ ਇੰਨੀ ਹੁੰਦੀ ਸੀ ਕਿ ਜਿਸ ਦਿਨ ਮੈਂ ਇਲਤ ਨਹੀਂ ਸੀ ਕਰਦਾ, ਘਰ ਦੇ ਵਿੱਚ ਸ਼ਰਾਰਤ ਨਹੀਂ ਕਰਦਾ, ਮੇਰੀ ਬੀਬੀ ਪਹਿਲਾਂ ਮੇਰਾ ਮੱਥਾ ਦੇਖਦੀ ਸੀ ਕਿ ਤੈਨੂੰ ਬੁਖਾਰ ਤਾਂ ਨਹੀਂ ਚੜਿਆ। ਫਿਰ ਮੈਂ ਢਿੱਡ ਦੇਖਦੀ ਸੀ ਕਿ ਤੇਰੇ ਢਿੱਡ 'ਚ ਤਾਂ ਨਹੀਂ ਕੋਈ ਪ੍ਰੋਬਲਮ, ਢਿੱਡ ਤਾਂ ਨਹੀਂ ਤੇਰਾ ਦੁਖਦਾ। ਫਿਰ ਉਹਨੂੰ ਯਕੀਨ ਆਉਂਦਾ ਨਹੀਂ ਇਹ ਠੀਕ ਹੈ। ਫਿਰ ਮੈਂ ਕੋਈ ਇਲਤ ਸ਼ੁਰੂ ਕਰਦਾ ਸੀ। ਅਤੇ ਮੇਰੇ ਇਲਤ ਦੀ ਸਿਖਰ ਇਹ ਸੀ ਕਿ ਪਿੰਡ ਦੀਆਂ ਜਿੰਨੀਆਂ ਭਾਬੀਆਂ, ਜਿੰਨੀਆਂ ਚਾਚੀਆਂ ਤਾਈਆਂ ਸੀ, ਮੈਂ ਹੱਕ ਸਮਝਦਾ ਸੀ ਕਿ ਮੈਂ ਸਾਰਿਆਂ ਨਾਲ ਸ਼ਰਾਰਤ ਕਰ ਸਕਦਾ, ਸਾਰਿਆਂ ਨੂੰ ਛੇੜ ਸਕਦਾ, ਸਿੰਪਲ ਲਫ਼ਜ਼ਾਂ 'ਚ ਕਹਾਂ। ਅਤੇ ਉਹਦੀ ਇੱਕ ਸਿਖਰ ਦੀ ਮੈਂ ਤੁਹਾਡੇ ਨਾਲ ਘਟਨਾ ਸਾਂਝੀ ਕਰਦਾ ਕਿ ਪਿੰਡ ਦੇ ਵਿੱਚ ਜਿਹੜੀ ਫਿਰਨੀ ਹੁੰਦੀ ਹੈ, ਉਹ ਫਿਰਨੀ ਤੋਂ ਜਿਹੜਾ ਰਸਤਾ ਖੇਤਾਂ ਵੱਲ ਨੂੰ ਜਾਂਦਾ ਸੀ, ਸਾਡਾ ਘਰ ਉਹਦੇ 'ਤੇ ਸੀ। ਅਤੇ ਫਿਰਨੀ ਦੇ ਉੱਤੇ ਹੀ ਸਾਡੇ ਇੱਕ ਜਾਣ ਪਛਾਣਾਂ ਦਾ ਘਰ ਸੀ। ਅਤੇ ਉਹ ਜਿਹੜੀ ਭਾਬੀ ਸੀ ਉਹ ਖੇਤਾਂ ਨੂੰ ਲੈ ਕੇ ਜਾਂਦੀ ਹੁੰਦੀ ਸੀ ਰੋਟੀ। ਅਤੇ ਮੈਂ ਅਕਸਰ ਉਹਨੂੰ ਰੋਟੀ ਲੈਣ ਜਾਂਦੀ ਨੂੰ ਰਾਹ 'ਚ ਰੋਕਣਾ ਅਤੇ ਛੇੜਨਾ। ਇੱਕ ਦਿਨ ਅਸੀਂ ਬੇੜਾਂ ਵੱਟ ਰਹੇ ਸੀ। ਕਈਆਂ ਨੂੰ ਪਤਾ ਹੋਣਾ ਬੇੜਾਂ ਕਿੱਦਾਂ ਵੱਟੀ ਜਾਂਦੀਆਂ, ਸ਼ਾਇਦ ਨਾ ਪਤਾ ਹੋਗਾ ਨਾ। ਅਤੇ ਬੇੜਾਂ ਵੱਟਦੇ ਸੀ, ਉਹ ਰੋਟੀ ਲੈ ਕੇ ਆਈ। ਮੈਂ ਉਹਨੂੰ ਕਿਹਾ ਭਾਬੀ ਕੀ ਲੈ ਕੇ ਜਾ ਰਹੀ ਹਾਂ ਭਰਾਵਾਂ ਲਈ, ਸਾਡਿਆਂ ਲਈ? ਕਹਿੰਦੀ ਮਸਰਾਂ ਦੀ ਦਾਲ ਬਣਾਈ ਹੋਈ ਹੈ ਅਤੇ ਮੱਕੀ ਦੀ ਰੋਟੀ। ਮੈਂ ਮਸਰਾਂ ਦੀ ਦਾਲ ਤਾਂ ਮੈਨੂੰ ਬਹੁਤ ਸਵਾਦ ਹੈ, ਤੂੰ ਇੱਦਾਂ ਕਰ ਪਹਿਲਾਂ ਮੈਨੂੰ ਖਵਾ ਇੱਥੇ। ਉਹ ਮੈਨੂੰ ਕਹਿੰਦੇ ਕੋਈ ਸ਼ਰਮ ਕਰ ਕੁਛ। ਮੈਂ ਰੋਟੀ ਉਹਨੂੰ ਲੱਗੇ, ਮੈਂ ਸ਼ਰਮ ਵਾਲੀ ਕਿਹੜੀ ਕਿ ਤੂੰ ਮੈਨੂੰ ਰੋਟੀ ਖਵਾ, ਫਿਰ ਚੱਲ ਜਾ। ਮੈਂ ਉੱਥੇ ਬੇੜਾਂ ਕਿਸੇ ਹੋਰ ਨੂੰ ਫੜਾਈਆਂ ਅਤੇ ਮੈਂ ਉੱਥੇ ਹੀ ਬੈਠ ਗਿਆ। ਤੁਸੀਂ ਸੱਚ ਮੰਨਿਓ, ਉੱਥੇ ਉਹਨੇ ਕੌਲੀ 'ਚ ਵਿਚਾਰੀ ਨੇ ਦਾਲ ਪਾਈ, ਉੱਥੇ ਉਹਨੂੰ ਰੋਟੀ ਖਵਾਈ। ਰੋਟੀ ਖਵਾ ਕੇ ਅਤੇ ਮੈਂ ਕਿਹਾ ਨਹੀਂ ਮੈਂ ਰੋਟੀ ਪੂਰੀ ਖਾਣੀ। ਕਹਿੰਦੀ ਮੈਨੂੰ ਪਤਾ ਤੂੰ ਰੱਜਿਆ ਹੋਇਆ, ਤੂੰ ਇਲਤਾਂ ਕਰਦਾ, ਤੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਤੈਨੂੰ ਤਾਂ ਸਾਰਾ ਪਿੰਡ ਪਿਆਰ ਕਰਦਾ। ਉਹਨੇ ਕਹਿਣਾ ਤੈਨੂੰ ਤਾਂ ਅਕਲ ਚਾਹੀਦੀ ਸੀ, ਉਹ ਤਾਂ ਨਿਆਣਾ ਸੀ। ਸੋ ਇਸ ਲੈਵਲ ਦੀਆਂ ਇਲਤਾਂ ਸ਼ਰਾਰਤਾਂ ਕਰਦੇ ਕਰਦੇ ਪੜ੍ਹਾਈ 'ਚ ਹੁਸ਼ਿਆਰ ਹੋਣ ਦੇ ਬਾਵਜੂਦ ਜਿਹੜਾ ਮੇਰਾ ਸਹਿਜ ਵਿਕਾਸ ਹੋਇਆ, ਸ਼ਾਇਦ ਹੁਣ ਮੇਰੇ ਨਾਟਕਾਂ ਵਿੱਚ ਉਹ ਮੇਰੇ ਕੰਮ ਆ ਰਿਹਾ ਕਿ ਮੈਂ ਕਿਸੇ ਚੀਜ਼ ਨੂੰ ਲੈ ਕੇ ਅਸਹਿਜ ਨਹੀਂ ਸੀ। ਸਹਿਜਤਾ ਨਾਲ ਹੀ ਸ਼ਰਾਰਤਾਂ ਹੋ ਰਹੀਆਂ ਸੀ, ਸਹਿਜਤਾ ਨਾਲ ਹੀ ਪੜ੍ਹਾਈ ਹੋਈ ਜਾ ਰਹੀ ਸੀ, ਸਹਿਜਤਾ ਨਾਲ ਹੀ ਮੈਂ ਟੌਪ ਆ ਰਿਹਾ ਸੀ। ਕਿਸੇ ਚੀਜ਼ 'ਚ ਮੈਨੂੰ ਜ਼ੋਰ ਜਿਹਾ ਨਹੀਂ ਲਾਉਣਾ ਪਿਆ ਕਦੇ, ਬਹੁਤ ਜ਼ਿਆਦਾ ਵੀ ਮੈਨੂੰ ਜ਼ੋਰ ਲਾਉਣਾ ਪਵੇ। ਟੌਪ ਵੀ ਮੈਂ ਸਹਿਜਤਾ ਨਾਲ, 1 ਸਾਲ ਹੀ ਮੈਨੂੰ ਅਸਹਿਜ ਕੀਤਾ ਉਸ ਕੁੜੀ ਨੇ। ਉਹ ਸਾਰੇ ਕੁਛ ਦੇ ਹੋਣ ਕਰਕੇ ਫਿਰ ਜਦੋਂ ਮੈਂ ਬਾਹਰ ਗਿਆ ਪੜ੍ਹਨ ਲਈ, ਬੰਗਾ ਗਿਆ, ਸਿੱਖ ਨੈਸ਼ਨਲ ਕਾਲਜ ਬੰਗਾ, ਉਦੋਂ ਥੋੜ੍ਹੇ ਕੁ ਦਿਨ ਮੈਨੂੰ ਮਹਿਸੂਸ ਹੋਇਆ ਕਿ ਮੈਂ ਸ਼ਾਇਦ ਪਿੰਡ ਤੋਂ ਆਇਆ ਅਤੇ ਥੋੜ੍ਹਾ ਜਿਹਾ ਜਿਹੜੇ ਸ਼ਹਿਰੀ ਬੱਚੇ ਨੇ ਹੁਸ਼ਿਆਰ ਨੇ ਉਹਨਾਂ ਵਿੱਚ ਸ਼ਾਇਦ ਮਿਸਫਿਟ ਆ। ਪਰ ਥੋੜ੍ਹੇ ਦਿਨ ਬਾਅਦ ਮੈਂ ਉੱਥੇ ਵੀ ਠੀਕ ਹੋ ਗਿਆ। ਜਦੋਂ ਮੈਂ ਚੰਡੀਗੜ੍ਹ ਪੜ੍ਹਨ ਗਿਆ ਅਤੇ ਚੰਡੀਗੜ੍ਹ ਮੈਂ ਗੁਆਚਿਆ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ। ਮੈਨੂੰ ਇੱਦਾਂ ਲੱਗਾ ਕਿ ਇਹ ਤਾਂ ਬਿਲਕੁਲ ਹੀ ਵੱਖਰੀ ਕਿਸਮ ਦਾ ਸ਼ਹਿਰ ਹੈ, ਵੱਖਰੀ ਕਿਸਮ ਦੇ ਲੋਕ ਹੈ। ਮੈਨੂੰ ਖੁੱਲ੍ਹ ਕੇ ਹੱਸਣ ਦੀ ਆਦਤ ਹੈ। ਇਹ ਹੱਸਣ ਵੇਲੇ ਸੋਚਦੇ ਨੇ ਵੀ ਹੱਸੀਏ ਜਾਂ ਨਾ ਸੋਚੀਏ, ਮੈਂ ਇਹਨਾਂ ਦੇ ਵਿੱਚ ਕਿੱਦਾਂ ਫਿੱਟ ਹੋਵਾਂਗਾ। ਪਰ ਹੌਲੀ ਹੌਲੀ ਜਦੋਂ ਭਾਗ ਗੁਰਸ਼ਰਨ ਸਿੰਘ ਚੰਡੀਗੜ੍ਹ ਆ ਗਏ ਤਾਂ ਮੇਰੇ ਲਈ ਉਹ ਸੌਖਾ ਹੋ ਗਿਆ, ਕਿਉਂਕਿ ਮੈਂ ਕਾਲਜ ਦੇ ਵਿੱਚ ਇੱਕ ਨਾਟਕ ਕੀਤਾ ਸੀ ਸਟੂਡੈਂਟਸ ਦੇ ਨਾਲ, ਅਰਬਨ ਨਰਬਤ ਧੁੰਦੂਕਰਾ, ਅਜਮੇਰ ਔਲਖ ਦਾ ਨਾਟਕ ਸੀ। ਉਹ 'ਚ ਮਜਨੂ ਦਾ ਕਿਰਦਾਰ ਨਿਭਾਇਆ ਸੀ ਅਤੇ ਉਹ ਜ਼ਿੰਦਗੀ ਦਾ ਪਹਿਲਾ ਨਾਟਕ ਸੀ ਅਤੇ ਉਹਦੇ ਵਿੱਚ ਹੀ ਮੈਂ ਬੈਸਟ ਐਕਟਰ ਬਣ ਗਿਆ। ਅਤੇ ਉੱਥੋਂ ਮੈਨੂੰ ਲੱਗਾ ਕਿ ਇਹ ਕੰਮ ਕੀਤਾ ਜਾ ਸਕਦਾ। ਅਤੇ ਗੁਰਸ਼ਰਨ ਸਿੰਘ ਦਾ ਪਤਾ ਲੱਗਾ ਵੀ ਉਹ ਅੰਮ੍ਰਿਤਸਰ ਤੋਂ ਸ਼ਿਫਟ ਹੋ ਕੇ ਅਤੇ ਚੰਡੀਗੜ੍ਹ ਆ ਗਏ। ਸੋ ਮੈਂ ਉਹਨਾਂ ਨੂੰ ਜਾ ਮਿਲਿਆ, ਉਹਨਾਂ ਨੇ ਚੁੱਕ ਕੇ ਹਿੱਕ ਨਾਲ ਲਾ ਲਿਆ ਕਿ ਤੇਰੀ ਆਵਾਜ਼ ਠੀਕ ਹੈ, ਪਰਸਨੈਲਿਟੀ ਠੀਕ ਹੈ, ਤੂੰ ਮੇਰੇ ਨਾਟਕਾਂ ਦਾ ਨਾਇਕ ਹੈ। ਉਹ 6 ਸਾਲ ਭਾਜੀ ਗੁਰਸ਼ਰਨ ਸਿੰਘ ਨਾਲ ਜਿਹੜੇ ਮੈਂ ਬਿਤਾਏ, ਉਹਨਾਂ ਨੇ ਮੇਰੀ ਜ਼ਿੰਦਗੀ ਦੀ, ਮੇਰੀ ਸਾਹਿਤਕ ਸਮਝ ਦੀ, ਮੇਰੀ ਕਲਾਤਮਕ ਸਮਝ ਦੀ ਜਾਂ ਮੇਰੇ ਪਰਸਨੈਲਿਟੀ ਦੇ ਵਿਕਾਸ ਦੀ, ਉਹ ਨਹੀਂ ਭਾਜੀ ਗੁਰਸ਼ਰਨ ਸਿੰਘ ਕੋਲੋਂ ਰੱਖੀ। ਅਤੇ ਫਿਰ ਭਾਜੀ ਗੁਰਸ਼ਰਨ ਸਿੰਘ ਉਹਨਾਂ ਦੇ ਕਰਕੇ ਫਿਰ ਮੈਂ ਜਦੋਂ ਚੰਡੀਗੜ੍ਹ ਕਿਸੇ ਸਮਾਗਮ 'ਚ ਜਾਂਦਾ ਸੀ, ਕਿਸੇ ਲੋਕਾਂ ਦੀ ਭੀੜ ਵਿੱਚ ਜਾਂਦਾ ਸੀ, ਮੈਂ ਕਿਸੇ ਹੋਰ ਤਰ੍ਹਾਂ ਦੇ ਵਿਸ਼ਵਾਸ ਨਾਲ ਜਾਂਦਾ ਸੀ। ਮੈਨੂੰ ਪਤਾ ਸੀ ਇਹਨਾਂ ਨੇ ਕਿਤੇ ਨਾ ਕਿਤੇ ਮੇਰਾ ਨਾਟਕ ਦੇਖਿਆ ਹੋਇਆ। ਅਤੇ ਭਾਗ ਗੁਰਸ਼ਰਨ ਸਿੰਘ ਨਾਲ ਕੰਮ ਕਰਦਿਆਂ ਕਰਦਿਆਂ ਹੀ, ਲਿਟਰੇਚਰ ਪੜ੍ਹਦਿਆਂ ਹੀ ਮੈਨੂੰ ਇੱਦਾਂ ਲੱਗਾ ਕਿ ਮੈਂ ਨਾਟਕ ਲਿਖ ਸਕਦਾ। ਫਿਰ ਮੈਂ ਹੌਲੀ ਹੌਲੀ ਕਹਾਣੀਆਂ ਕੁਛ, ਸਭ ਤੋਂ ਪਹਿਲਾਂ ਮੈਂ ਗੁਰਚਰਨ ਚਾਹਲ ਭੀਖੀ ਦੀ ਕਹਾਣੀ, ਜਿਹੜੀ ਹੁਣ ਦੁਨੀਆ 'ਚ ਨਹੀਂ ਰਹੇ, ਉਹਨਾਂ ਦੀ ਕਹਾਣੀ ਸੀ ਇੱਕ ਚਿੱਟੀ ਫੁੱਲਾਂ ਕੱਢੀ ਚਾਦਰ। ਕਾਫੀ ਬਹੁਤ ਬੋਲਡ ਕਿਸਮ ਦਾ ਵਿਸ਼ਾ ਸੀ, ਅਲੱਗ ਤਰ੍ਹਾਂ ਦਾ ਵਿਸ਼ਾ ਸੀ, ਅਤੇ ਮੈਂ ਉਹ ਨਾਟਕ ਲਿਖਿਆ ਕਹਾਣੀ 'ਤੇ। ਮੈਨੂੰ ਭਾਗ ਗੁਰਸ਼ਰਨ ਸਿੰਘ ਕਹਿੰਦੇ ਤੂੰ ਇੰਨੀਆਂ ਕਹਾਣੀਆਂ ਹੁਣ ਤੱਕ ਪੜ੍ਹੀਆਂ, ਤੂੰ ਇਹੀ ਕਿਉਂ ਕਹਾਣੀ ਤੂੰ ਚੂਜ਼ ਕੀਤੀ, ਇਹਦੇ 'ਤੇ ਕਿਉਂ ਲਿਖਿਆ? ਹੋਰ ਬਹੁਤ ਬਾਗੀ ਕਿਸਮ ਦੀਆਂ ਕਹਾਣੀਆਂ ਹੁੰਦੀਆਂ, ਇਹ ਤਾਂ ਬਹੁਤ ਸੂਖਮ ਜੀ ਬਗਾਵਤ ਹੈ। ਮੇਰੇ ਕੋਲ ਜਵਾਬ ਹੀ ਨਹੀਂ ਸੀ, ਮੈਨੂੰ ਸਮਝ ਨਹੀਂ ਆਇਆ। ਮੈਂ ਸਿਰਫ ਭਾਈ ਨੂੰ ਕਿਹਾ, ਮੈਂ ਭਾਜੀ ਮੈਨੂੰ ਨਾਟਕ ਦੱਸਿਆ, ਉਹਦੇ 'ਚ ਮੈਂ ਇਸ ਕਰਕੇ ਕਰਤੇ। ਅਤੇ ਉਹ ਅੱਜ ਮੈਂ ਜਦੋਂ ਆਪਣੇ ਨਾਟਕਾਂ ਨੂੰ, ਜਦੋਂ ਮੈਂ ਆਪਣਾ ਮੂਲ ਪਛਾਣਨ ਦੀ ਕੋਸ਼ਿਸ਼ ਕਰਦਾ, ਤਾਂ ਜਦੋਂ ਮੈਂ ਆਪਣੇ ਨਾਟਕਾਂ ਦੇ ਵਿੱਚ ਹੁਣ ਜਿਹੜੇ ਮੈਂ ਸੂਖਮ ਦ੍ਰਿਸ਼ ਪੇਸ਼ ਕਰਦਾ ਜਾਂ ਪਾਤਰ ਪੇਸ਼ ਕਰਦਾ, ਮੈਨੂੰ ਲੱਗਦਾ ਕਿ ਉਹ ਜਿਹੜਾ ਪਹਿਲਾ ਨਾਟਕ ਮੈਂ ਬਤੌਰ ਨਾਟਕਕਾਰ ਲਿਖਿਆ ਸੀ, ਜਿਹੜਾ ਉਹਦੇ ਵਿੱਚ ਵਿਸ਼ਾ ਮੇਰੇ ਕੋਲ ਆਇਆ ਸੀ ਚੱਲ ਕੇ, ਜਾਂ ਉਸ ਵਿਸ਼ੇ ਨੇ ਮੈਨੂੰ ਖਿੱਚ ਪਾਈ ਸੀ, ਸ਼ਾਇਦ ਉਹਦੀ ਐਕਸਟੈਂਸ਼ਨ ਕਿਤੇ ਹੁਣ ਵੀ ਹੋ ਰਹੀ ਹੈ ਕਿ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਛੋਟੀਆਂ ਛੋਟੀਆਂ ਜਿਹੜੀਆਂ ਸੂਖਮ ਗੱਲਾਂ ਨੇ। ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਜਿਹੜੀ ਸਥੂਲ ਤਬਦੀਲੀ ਲਈ ਆਪਾਂ ਲੜ ਰਹੇ ਹਾਂ ਸਾਰੇ ਪ੍ਰੋਗਰੈਸਿਵ ਲੋਕ,
ਜੇ ਮੇਰਾ ਨਾਟਕ ਸੂਖਮ ਗੱਲਾਂ ਨਹੀਂ ਕਰਦਾ ਤੇ ਉਹ ਸਥੂਲ ਤਬਦੀਲੀ ਦਾ ਕੁਝ ਨਹੀਂ ਸਵਾਰ ਸਕੇਗਾ, ਵਿਗਾੜ ਸਕਦਾ, ਸਵਾਰ ਨਹੀਂ ਸਕੇਗਾ। ਇਸੇ ਕਰਕੇ ਮੈਂ ਬਤੌਰ ਸਾਹਿਤਕਾਰ ਤੇ ਬਤੌਰ ਕਲਾਕਾਰ ਕਿਸੇ ਸਾਂਚੇ 'ਚ ਫਿੱਟ ਨਹੀਂ ਹੋਣਾ ਪਸੰਦ ਕਰਦਾ। ਮੈਨੂੰ ਉਹਦਾ ਕਿ ਫਿਰ ਮੈਂ ਬਲੌਕ ਹੋ ਜਾਵਾਂਗਾ ਤੇ ਉਸ ਤੋਂ ਬਾਹਰ ਹੀ ਰਹਿਣਾ ਚਾਹੁੰਦਾ ਇੱਕ ਆਜ਼ਾਦ ਕਲਾਕਾਰ ਦੇ ਤੌਰ ਤੇ, ਕਿਉਂਕਿ ਮੈਂ ਕੁਛ ਇਹੋ ਜਿਹੀਆਂ ਆਪਣੇ ਆਲੇ ਦੁਆਲੇ ਘਟਨਾਵਾਂ ਦੇਖੀਆਂ। ਮੈਂ ਜੋਗਿੰਦਰ ਬਾਹਰਲਾ ਨੂੰ ਦੁਨੀਆ ਤੋਂ ਜਾਂਦਾ ਦੇਖਿਆ, ਨੰਦ ਲਾਲ ਨੂਰਪੁਰੀ ਦੀ ਛਾਲ ਮੇਰੇ ਜ਼ਿਹਨ 'ਚ ਹੈ ਕਿਤੇ। ਮੈਨੂੰ ਸੀ ਨਹੀਂ, ਇੱਦਾਂ ਨਹੀਂ, ਮੈਂ ਉਸ ਤੋਂ ਬਿਨਾਂ ਵੀ ਬਤੌਰ ਸਾਹਿਤਕਾਰ ਕਲਾਕਾਰ ਕੁਝ ਕਰ ਸਕਦਾ। ਇਹਦੇ ਵਿੱਚ ਭਾਗ ਗੁਰਸ਼ਰਨ ਸਿੰਘ ਨੇ ਮੇਰੀ ਬਹੁਤ ਮਦਦ ਕੀਤੀ, ਕਿਉਂਕਿ ਭਾਗ ਗੁਰਸ਼ਰਨ ਸਿੰਘ ਵੀ ਕਿਸੇ ਸਾਂਚੇ 'ਚ ਫਿੱਟ ਨਹੀਂ ਸੀ ਹੋਏ। ਭਾਗ ਗੁਰਸ਼ਰਨ ਸਿੰਘ ਦਾ ਆਪਣਾ ਇੱਕ ਸਾਂਚਾ ਸੀ। ਇਸੇ ਕਰਕੇ ਅਲੱਗ-ਅਲੱਗ ਕਮਿਊਨਿਸਟ ਗਰੁੱਪਾਂ ਨੂੰ ਭਾਜੀ ਤੇ ਇਤਰਾਜ਼ ਹੋ ਜਾਂਦਾ ਸੀ। ਸਾਰਿਆਂ ਨੂੰ ਲੱਗਦਾ ਸੀ ਵੀ ਤੂੰ ਸਾਡਾ ਹੈ, ਉੱਧਰ ਕਿਉਂ ਗਿਆ? ਪਰ ਭਾਜੀ ਦੀ ਵਿਚਾਰਧਾਰਾ ਕੁਝ ਹੋਰ ਸੀ। ਭਾਜੀ ਸੀ ਵੀ ਅਸੀਂ ਸਾਰੇ ਲੋਕ ਇੱਕੋ ਤਰ੍ਹਾਂ ਦੀ ਤਬਦੀਲੀ ਲਈ ਲੜ ਰਹੇ ਹਾਂ, ਤੇ ਫਿਰ ਲਾਈਨ ਕਿਉਂ ਖਿੱਚਣੀ ਹੈ? ਇਸ ਤਰ੍ਹਾਂ ਦੀਆਂ ਲਾਈਨ ਖਿੱਚੋ ਤੇ ਪੋਲੀਟੀਕਲ ਲੋਕ ਖਿੱਚੋ। ਇਸੇ ਕਰਕੇ ਕਲਾਕਾਰ ਨੂੰ ਪੋਲੀਟੀਕਲ ਜਿਹੜਾ ਹੈਗਾ ਉਹ ਉਸ ਡਿਸਿਪਲਿਨ 'ਚ ਨਹੀਂ ਜਾਣਾ ਚਾਹੀਦਾ, ਕਿਉਂਕਿ ਉੱਥੇ ਤਾਂ ਫਿਰ ਲਾਈਨ ਖਿੱਚਣੀ ਪੈਣੀ ਨਾ। ਉੱਥੇ ਨਹੀਂ ਤੁਸੀਂ ਕਹਿ ਸਕਦੇ ਵੀ ਲਾਈਨ ਨਹੀਂ ਖਿੱਚੀ। ਸੋ ਭਾਗ ਗੁਰਸ਼ਰਨ ਸਿੰਘ ਨਾਲ ਉਹ ਬਿਤਾਏ ਹੋਏ ਜਿਹੜੇ 6 ਸਾਲ ਮੇਰੇ, ਉਹਦੇ ਵਿੱਚ 3-4 ਚੀਜ਼ਾਂ ਮੇਰੇ ਬਹੁਤ ਕੰਮ ਆਈਆਂ। ਇੱਕ ਤਾਂ ਇਹ ਕੰਮ ਆਈ ਕਿ ਮੈਨੂੰ ਰੰਗਮੰਚ ਦਾ ਮਕਸਦ ਸਮਝ ਆ ਗਿਆ। ਜਦੋਂ ਜੁਆਇਨ ਕੀਤਾ ਸੀ ਉਦੋਂ ਤਾਂ ਇੰਨਾ ਹੀ ਸੀ ਕਿ ਨਾਟਕ ਕਰਾਂਗੇ, ਅਖਬਾਰ 'ਚ ਕੋਈ ਫੋਟੋ ਲੱਗੂਗੀ, ਲੋਕੀ ਤਾਰੀਫ ਕਰਨਗੇ, 4 ਲੋਕੀ ਮਿਲਣਗੇ, ਹੋ ਜਾਏਗਾ। ਜਦੋਂ ਮੈਂ ਭਾਅ ਨਾਲ ਗਿਆ ਪਿੰਡਾਂ ਦੇ ਵਿੱਚ, ਤਾਂ ਮੈਨੂੰ ਲੱਗਾ ਇਹ ਤਾਂ ਬਹੁਤ ਵੱਡੀ ਗੱਲ ਹੋ ਰਹੀ ਹੈ। ਜਿਸ ਤਰ੍ਹਾਂ ਦੇ ਨਾਟਕ ਹੋ ਰਹੇ, ਜਿਸ ਤਰ੍ਹਾਂ ਭਾਜੀ ਗੱਲਾਂ ਕਰਦੇ ਨੇ ਲੋਕਾਂ ਦੇ ਨਾਲ, ਵਿਚਾਰ ਵਟਾਂਦਰਾ ਕਰਦੇ ਨੇ, ਪਿੰਡ ਦੀਆਂ ਔਰਤਾਂ ਨਾਲ ਗੱਲਾਂ ਕਰਦੇ ਨੇ, ਉਹਨਾਂ ਦੇ ਦੁੱਖ ਦਰਦ ਸਮਝਣ ਦੀ ਕੋਸ਼ਿਸ਼ ਕਰਦੇ ਆ, ਪਿੰਡ ਦੇ ਵਿਹੜੇ ਵੱਲ ਨੂੰ ਜਾਂਦੇ ਆ, ਉਹਨਾਂ ਦੇ ਦੁੱਖ ਦਰਦ ਸਮਝਣ ਦੀ ਕੋਸ਼ਿਸ਼ ਕਰਦੇ ਆ। ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਨੂੰ ਪੁੱਛਦੇ ਨੇ ਤੁਹਾਡੇ ਪਿੰਡ ਦਾ ਸਟਰਕਚਰ ਕਿਹੋ ਜਿਹਾ, ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ, ਤੁਸੀਂ ਇੱਕ ਦੂਜੇ ਨਾਲ ਰਹਿੰਦੇ ਕਿੱਦਾਂ, ਤੁਹਾਡਾ ਭਾਈਚਾਰਾ ਕਿੱਦਾਂ ਦਾ, ਕਿਹੜੇ ਫਿਕਰ ਤੁਹਾਡੇ ਲਈ ਪ੍ਰਮੁੱਖ ਨੇ। ਇੰਨੀਆਂ ਸਾਰੀਆਂ ਗੱਲਾਂ ਨਾਟਕ ਤੋਂ ਇਲਾਵਾ, ਤੇ ਮੈਨੂੰ ਲੱਗਾ ਕਿ ਇਹ ਤਾਂ ਵੱਡਾ ਮਕਸਦ ਹੈ। ਸੋ ਉੱਥੋਂ ਫਿਰ ਮੈਂ ਲਿਟਰੇਚਰ ਨਾਲ ਜੁੜਿਆ ਤੇ ਰੰਗਮੰਚ ਜਿਹੜਾ ਬਾ ਮਕਸਦ ਰੰਗਮੰਚ ਹੈ, ਮੈਂ ਉਹਦੇ ਨਾਲ ਜੁੜਿਆ। ਜਦੋਂ ਮੈਂ ਭਾਜੀ ਦੇ ਨਾਲੋਂ ਆਜ਼ਾਦ ਤੌਰ 'ਤੇ ਆਪਣਾ ਰੰਗਮੰਚ ਸ਼ੁਰੂ ਕੀਤਾ, ਫਿਰ ਮੇਰੇ ਸਾਹਮਣੇ ਉਹੀ ਗੱਲ ਸੀ ਕਿ ਮੈਂ ਕਿਹੜੇ ਸਬਜੈਕਟ ਚੂਜ਼ ਕਰਨੇ ਆ, ਕਿਸ ਤਰ੍ਹਾਂ ਦਾ ਸਬਜੈਕਟ ਚੂਜ਼ ਕਰਨੇ ਆ। ਹੋਇਆ ਇਹ ਕਿ 1995-96 ਦੇ ਵਿੱਚ ਜਦੋਂ ਮੈਂ ਇੱਥੋਂ ਕੈਨੇਡਾ ਤੋਂ ਵਾਪਸ ਗਿਆ ਤੇ ਪੰਜਾਬ 'ਚ ਖੁਦਕੁਸ਼ੀਆਂ ਦੀ ਹਲਕੀਆਂ ਖਬਰਾਂ ਜੀ ਆਉਣੀ ਸ਼ੁਰੂ ਹੋ ਗਈਆਂ ਕਿ ਕਿਸਾਨ ਖੁਦਕੁਸ਼ੀ ਕਰ ਰਿਹਾ। ਮੇਰੇ ਲਈ ਬਹੁਤ ਹੈਰਾਨੀ ਤੇ ਪਰੇਸ਼ਾਨੀ ਤੇ ਪਸ਼ੇਮਾਨੀ ਵਾਲੀ ਗੱਲ ਸੀ ਕਿ ਉਹ ਭਾਈਚਾਰਾ ਜਿਹੜਾ ਬੁਲੰਦੀ ਦਾ ਪ੍ਰਤੀਕ ਹੈ, ਜਿਹੜਾ ਢੋਲੇ ਦੀਆਂ ਲਾਉਂਦਾ ਅੱਜ ਤੱਕ ਅਸੀਂ ਸੁਣਦੇ ਰਹੇ, ਸੱਪਾਂ ਦੀਆਂ ਸਿਰੀਆਂ ਵਿੱਧਦਾ, ਉਹ ਕਿਉਂ ਖੁਦਕੁਸ਼ੀ ਕਰਨ ਲੱਗ ਪਿਆ। ਫਿਰ ਉਹ ਮੇਰਾ ਨਾਟਕ ਪਹਿਲਾ ਮਤਲਬ ਕਿ ਪ੍ਰਮੁੱਖ ਨਾਟਕ ਜਿਹੜਾ ਬਣਿਆ ਇੱਕੋ ਰਾਹ ਸਵੱਲੜਾ, ਜਿਸ ਦੇ ਵਿੱਚ ਕਿਸਾਨੀ ਦੀਆਂ ਅਲੱਗ-ਅਲੱਗ ਜਿਹੜੀਆਂ ਪਰਤਾਂ ਨੇ ਕਿ ਕਿਸਾਨੀ ਜਿਹੜੀ ਛੋਟੀ ਆ ਉਹ ਫਸ ਕਿੱਥੇ ਰਹੀ ਅਸਲ 'ਚ, ਉਹਦੇ ਸੰਕਟ ਕਿਸ ਤਰ੍ਹਾਂ ਦੇ ਨੇ, ਉਹ ਪੇਸ਼ ਕੀਤਾ। ਤੇ ਉਹ ਕਰਦਾ 2019 ਦੇ ਵਿੱਚ ਫਿਰ ਉਹਦੀ ਅਗਲੀ ਐਕਸਟੈਂਸ਼ਨ ਆਈ ਜਦੋਂ ਮੈਂ ਸਮਾਂ ਵਾਲੀ ਡਾਂਗ ਨਾਟਕ ਜਿਹੜਾ ਲਿਖਿਆ, ਜਿਹੜਾ ਪਿਛਲੀ ਵਾਰੀ ਮੈਂ ਤੁਹਾਡੇ ਪੇਸ਼ ਕਰਕੇ ਗਿਆ। ਉਦੋਂ ਤੱਕ ਮੇਰੀ ਆਪਣੀ ਇੱਕ ਬਤੌਰ ਕਲਾਕਾਰ, ਬਤੌਰ ਸਾਹਿਤਕਾਰ ਜਿਹੜੀ ਗਰੋਥ ਸੀ, ਉਹ ਗਰੋਥ ਉਸ ਨਾਟਕ ਦੇ ਵਿੱਚ ਕੰਮ ਆਈ। ਬਹੁਤ ਸਾਰੇ ਦੋਸਤ ਪੁੱਛ ਰਹੇ ਤੇ ਕਿ ਸਮਾਂ ਵਾਲੀ ਡਾਂਗ ਸ਼ਾਇਦ ਕਿਸਾਨ ਮੋਰਚੇ ਦੀ ਦੇਣ ਹੈ। ਅਸੀਂ ਇਹ ਨਹੀਂ ਹੈ, ਕਿਸਾਨ ਮੋਰਚੇ ਦੀ ਦੇਣ ਨਹੀਂ ਆ। ਉਹ ਕਿਸਾਨ ਮੋਰਚੇ ਤੋਂ ਪਹਿਲਾਂ ਲਿਖਿਆ ਗਿਆ ਸੀ ਉਹ ਨਾਟਕ 2019 'ਚ। 2019 ਦੇ ਵਿੱਚ 18 ਸਤੰਬਰ ਨੂੰ ਉਹਦਾ ਪਹਿਲਾ ਸ਼ੋਅ ਹੋਇਆ ਸੀ। ਭਾਗ ਗੁਰਸ਼ਰਨ ਸਿੰਘ ਦੇ ਜਨਮ ਦਿਨ ਦਾ ਪ੍ਰੋਗਰਾਮ ਸੀ। 16, 17, 18 3 ਦਿਨ ਮੇਰੇ ਜ਼ਿਹਨ ਦੇ ਵਿੱਚ ਕਿਤੇ ਕਈ ਦੇਰ ਤੋਂ ਵਿਚਾਰ ਆ ਰਿਹਾ ਸੀ ਕਿ ਕੁਝ ਇਹੋ ਜਿਹਾ ਥੀਏਟਰ ਹੋਣਾ ਚਾਹੀਦਾ ਜਿਹੜਾ ਇੰਟਰੈਕਟਿਵ ਕਿਸਮ ਦਾ ਥੀਏਟਰ ਹੋਵੇ, ਜਿਹਦੇ ਵਿੱਚ ਥਾਟ ਪ੍ਰੋਵੋਕਿੰਗ ਗੱਲਾਂ ਹੋਣ, ਲੇਕਿਨ ਗੱਲਾਂ ਨਾ ਰਹਿਣ, ਪਰ ਹੋਣ ਜ਼ਰੂਰ। ਫਿਰ ਮੈਨੂੰ ਲੱਗਾ ਨਹੀਂ, ਸੋਲੋ ਪਲੇ ਜਿਹੜਾ ਹੈਗਾ ਇਸ ਵਾਸਤੇ ਬਿਹਤਰ ਤਰੀਕੇ ਨਾਲ ਹੋ ਸਕਦਾ। ਮੈਂ ਬਾਕੀਆਂ ਦੇ ਸੋਲੋ ਪਲੇਜ਼ ਬਾਰੇ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ, ਪਰ ਮੈਂ ਬਹੁਤ ਸਾਰੇ ਜਿਹੜੇ ਸੋਲੋ ਪਲੇ ਦੇਖੇ ਸੀ ਮੈਨੂੰ ਲਾਊਡ ਲੱਗਦੇ ਸੀ ਬਹੁਤ ਜ਼ਿਆਦਾ। ਜਾਂ ਤਾਂ ਉਹ ਕਵਿਤਾ ਨੂੰ ਬਹੁਤ ਲਾਊਡਲੀ ਪੇਸ਼ ਕਰਦੇ ਸੀ, ਜਾਂ ਉਹ ਜਿਹੜੀਆਂ ਬਾਗੀ ਗੱਲਾਂ ਨੇ ਉਹਨਾਂ ਨੂੰ ਬਹੁਤ ਲਾਊਡ ਕਿਸਮ ਨਾਲ ਕਰਦੇ ਸੀ, ਔਰ ਸਟੇਜ 'ਤੇ ਆਉਂਦਿਆਂ ਹੀ ਜਿਵੇਂ ਮਤਲਬ ਇਨਕਲਾਬ ਮੋਢੇ 'ਤੇ ਰੱਖ ਕੇ ਹੀ ਲੈ ਕੇ ਆਉਂਦੇ ਸੀ। ਤਾਂ ਮੈਨੂੰ ਇਹ ਲੱਗਦਾ ਸੀ ਕਿ ਫਿਰ ਜਦੋਂ ਤੁਸੀਂ ਆਉਂਦਿਆਂ ਸਾਰੀ ਸਟੇਜ ਦੇ ਉੱਤੇ ਕੁਝ ਇਸ ਤਰ੍ਹਾਂ ਦੀ ਗੱਲ ਕਰ ਦਿੱਤੀ, ਤੁਹਾਡੇ ਟਾਈਟਲ ਦੇ ਵਿੱਚ ਵੀ ਇਹੋ ਜਿਹੀ ਕੋਈ ਗੱਲ ਪਹਿਲਾਂ ਹੀ ਪਈ ਹੈ, ਅਤੇ ਤੁਹਾਡੇ ਕੋਲ ਜਿਹੜਾ ਦਰਸ਼ਕ ਆ ਰਿਹਾ ਤੁਸੀਂ ਉਹਨੂੰ ਦੇਣਾ ਕੀ ਹੈ? ਫਿਰ ਇੰਨਾ ਕੁ ਤੋਂ ਪਹਿਲੇ ਲਈ ਫਿਰਦਾ ਜਿਹੜਾ ਤੁਹਾਡਾ ਦਰਸ਼ਕ ਹੈ, ਰੰਗਮੰਚ ਦੇ ਨਾਲ ਜਿਹੜਾ ਜੁੜਿਆ ਹੋਇਆ ਬੰਦਾ ਹੈਗਾ, ਤੁਸੀਂ ਤਾਂ ਬਲੌਕ ਕਰਤਾ। ਮੈਨੂੰ ਸੀ ਨਹੀਂ, ਬਲੌਕ ਨਹੀਂ ਕਰਨਾ। ਇੱਕ ਪ੍ਰੋਸੈਸ ਵਿੱਚ ਖੁਦ ਵੀ ਪੈਣਾ, ਆਪਣੇ ਦਰਸ਼ਕ ਨੂੰ ਵੀ ਪਾਉਣਾ, ਕਿਤੇ ਸਮਝਾਉਣ ਦੀ ਪ੍ਰਕਿਰਿਆ ਵਿੱਚ ਪੈਣਾ। ਅਤੇ ਜਦੋਂ ਸਮਝਾਉਣ ਦੀ ਪ੍ਰਕਿਰਿਆ ਵਿੱਚ ਪੈਣਾ ਹੁੰਦਾ ਨਾ, ਅਤੇ ਉਹਦਾ ਪਹਿਲਾ ਨੁਕਤਾ ਮੈਨੂੰ ਇਹ ਸਮਝ ਆਇਆ ਕਿ ਉਹਦੇ ਲਈ ਤੁਹਾਨੂੰ ਆਪਣੇ ਆਪ ਨਾਲ ਗੱਲ ਕਰਨੀ ਪੈਂਦੀ ਹੈ। ਇਸ ਕਰਕੇ ਮੈਨੂੰ ਲੱਗਾ ਕਿ ਸਮਾਂ ਵਾਲੀ ਡਾਂਗ ਵਿੱਚ ਜਿਹੜਾ ਬਖਤਾਵਰ ਸਿੰਘ ਕਿਰਦਾਰ ਮੈਂ ਘੜਾਂ, ਉਹ ਜਿੰਨੀ ਗੱਲ ਪ੍ਰਧਾਨ ਮੰਤਰੀ ਦੀ ਕੁਰਸੀ ਨਾਲ ਕਰੇ, ਓਨੀ ਹੀ ਗੱਲ ਆਪਣੇ ਆਪ ਨਾਲ ਵੀ ਕਰੇ।
ਆਪਣੇ ਅੰਦਰ ਨਾ ਕਰੇ। ਇਹ ਭੁੱਲ ਕੇ ਕਿ ਉਹਦੇ ਸਾਹਮਣੇ 400-500 ਬੰਦਾ ਬੈਠਾ ਹੈ। ਉਹ ਲਿਖਣਾ ਸ਼ੁਰੂ ਹੋਇਆ ਨਾਟਕ, ਲੱਗੇ ਉਹਨੂੰ 2 ਸਾਲ ਲੱਗੇ। ਕੀ ਕਿਸਾਨੀ ਦੇ ਨਾਲ ਚੀਜ਼ਾਂ ਜੁੜੀਆਂ ਹੋਈਆਂ, ਕਿਹੜੇ ਉਹਦੇ ਸੰਕਟ ਨੇ, ਕਿਹੜੇ ਸੰਕਟ ਬਹੁਤ ਪ੍ਰਮੁੱਖ ਹੋਏ ਨੇ, ਕਿਹੜੇ ਸੰਕਟ ਥੱਲੇ ਪਏ ਨੇ। ਜਿਹੜੇ ਸੰਕਟ ਥੱਲੇ ਪਏ ਨੇ, ਜਿਹੜੀਆਂ ਪਰਤਾਂ ਥੱਲੇ ਪਈਆਂ, ਬਹੁਤ ਸੂਖਮ ਪਰਤਾਂ, ਮੈਂ ਉਹਨਾਂ ਦੀ ਐਨਲਿਸਟਿੰਗ ਕਰਨੀ ਸ਼ੁਰੂ ਕੀਤੀ ਕਿ ਕਿਤੇ ਨਾ ਕਿਤੇ ਤਾਂ ਜੋ ਸਾਡੇ ਨਾਲ ਸਥੂਲ ਵਰਤਾਰਾ ਵਾਪਰਦਾ ਹੈ ਉਹ ਸਾਡੇ ਸੂਖਮ ਜ਼ਿੰਦਗੀ ਤੇ ਵੀ ਤਾਂ ਅਸਰ ਪਾਉਂਦਾ ਹੈ ਨਾ। ਤੇ ਜਿਹੜਾ ਸੂਖਮ ਜ਼ਿੰਦਗੀ ਵਿੱਚ ਸਾਡੇ ਵਿਚਰ ਰਹੀਆਂ ਜਿਹੜੀਆਂ ਚੀਜ਼ਾਂ ਬਚ ਰਹੀਆਂ, ਉਹ ਸਥੂਲਤਾ ਤੇ ਵੀ ਅਸਰ ਪਾਉਂਦਾ ਹੈ ਕਿ ਬਾਹਰ ਅਸੀਂ ਕਿੱਦਾਂ ਲੜਦੇ ਹਾਂ ਉਹਦੇ ਤੇ ਅਸਰ ਪਾਉਂਦਾ। ਜਿੱਦਾਂ ਕਹਿੰਦੇ ਨਾ, ਜਿਹਨੂੰ ਉਹ ਲੋਕੀ ਸੰਸਕਾਰ ਕਹਿ ਦਿੰਦੇ ਨੇ, ਉਹ ਜਿਹੜਾ ਜਿਸ ਤਰ੍ਹਾਂ ਤੁਸੀਂ ਜ਼ਿੰਦਗੀ ਜੀਵੀ ਹੈ ਔਰ ਜਿਸ ਤਰ੍ਹਾਂ ਜ਼ਿੰਦਗੀ ਤੁਸੀਂ ਜੀ ਰਹੇ ਹੋ, ਜਿਸ ਤਰ੍ਹਾਂ ਦੀ ਤੁਹਾਡੇ ਨਿੱਕੀ ਆਪਣੀ ਨਿੱਜੀ ਜ਼ਿੰਦਗੀ, ਤੁਹਾਡੇ ਆਪਣੇ ਪਾਰਟਨਰ ਨਾਲ, ਤੁਹਾਡੇ ਬੱਚਿਆਂ ਨਾਲ, ਤੁਹਾਡੇ ਮਾਂ-ਬਾਪ ਨਾਲ, ਤੁਹਾਡੇ ਨਿੱਕੇ ਸਮਾਜ ਨਾਲ, ਮਤਲਬ ਪਿੰਡ ਨਾਲ ਤੇ ਵੱਡੇ ਸਮਾਜ ਨਾਲ, ਉਸ ਦਾ ਅਸਰ ਤੇ ਤੁਹਾਡੇ ਤੇ ਪੈਣਾ ਨਾ। ਫਿਰ ਉਸ ਅਸਰ ਦੇ ਵਿੱਚੋਂ ਬੰਦਾ ਬਗਾਵਤ ਤੱਕ ਕਿਵੇਂ ਜਾਏਗਾ, ਇਹ ਮੇਰੇ ਲਈ ਵੱਡਾ ਸਵਾਲ ਸੀ ਸਮਾਂ ਵਾਲੀ ਡਾਂਗ ਦੇ ਵਿੱਚ। ਇਸੇ ਕਰਕੇ ਉਸ ਨਾਟਕ ਦੇ ਵਿੱਚ ਰੇਡੀਓ ਚੱਲਦਾ ਤਾਂ ਕਿ ਜਿਹੜਾ ਮੇਰਾ ਦਰਸ਼ਕ ਹੈ, ਜੇ ਉਹਨੂੰ ਮੈਂ 1971 ਜਾਂ 1984 ਦੀਆਂ ਗੱਲਾਂ ਸੁਣਾਉਣੀਆਂ ਤਾਂ ਉਹਦੇ ਜ਼ਿਹਨ ਦੇ ਵਿੱਚ ਕੋਈ ਸਿੰਬਲ, ਕੋਈ ਇਸ ਤਰ੍ਹਾਂ ਦਾ ਬਿੰਬ ਤਾਂ ਉੱਭਰੇ ਕਿ ਹਾਂ ਉਦੋਂ ਘਰਾਂ ਦੇ ਵਿੱਚ ਆਹ ਚੀਜ਼ ਹੁੰਦੀ ਸੀ। ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਹਾਂ ਸਾਨੂੰ ਆਪਣੇ ਪਿੰਡ ਦੇ ਘਰ ਦੀ ਕੰਧ ਉੱਤੇ ਪਿਆ ਰੇਡੀਓ ਯਾਦ ਆਇਆ। ਉਹ ਰੇਡੀਓ ਨਾਟਕ ਦਾ ਉੱਦਾਂ ਕੋਈ ਸਵਾਰ ਨਹੀਂ ਸਕਦਾ, ਰੇਡੀਓ ਤੇ ਚੱਲਦੇ ਗੀਤ ਕੋਈ ਸਵਾਰ ਨਹੀਂ ਸਕਦੇ। ਸੋ ਜਦੋਂ ਹਰ ਚੀਜ਼ ਅਸੀਂ ਸਵਾਰਨ ਵਾਸਤੇ ਘੜਨ ਆਪਣੇ ਨਾਟਕ ਦੇ ਵਿੱਚ ਕਿ ਇਸ ਚੀਜ਼ ਨਾਲ ਮੈਂ ਆਹ ਗੱਲ ਕਹਿਣੀ ਹੈ, ਇਸ ਚੀਜ਼ ਨਾਲ ਮੈਂ ਆਹ ਗੱਲ ਕਹਿਣੀ ਹੈ, ਫਿਰ ਉੱਥੇ ਫਸ ਜਾਂਦੇ ਆਪਾਂ, ਫਿਰ ਆਪਾਂ ਲੰਬਾ ਨਹੀਂ ਚੱਲਦੇ। ਲੇਕਿਨ ਜੇ ਆਪਾਂ ਛੋਟੀ ਗੱਲਾਂ ਸਿਰਫ ਆਪਣੇ ਦਰਸ਼ਕ ਨੂੰ, ਆਪਣੇ ਪਾਠਕ ਨੂੰ ਜੋੜਨ ਵਾਸਤੇ ਕਰੀਏ, ਉਹ ਫਿਰ ਨਿੱਕੀਆਂ ਗੱਲਾਂ ਮੈਂ ਲੱਭਦਾ ਰਿਹਾ। ਮੈਨੂੰ ਪੰਜਾਬੀ ਨਾਟਕ ਦੇ ਵਿੱਚ ਇੱਕ ਚੀਜ਼ ਦੀ ਬਹੁਤ ਕਮੀ ਮਹਿਸੂਸ ਹੁੰਦੀ ਸੀ ਕਿ ਜਿਹੜੇ ਸਾਡੇ ਬਿਲਕੁਲ ਹੀ ਨਿੱਜੀ ਪਲ ਹੁੰਦੇ ਨੇ, ਕਿ ਉਹ ਸੱਚੀ ਮੁੱਚੀ ਨਿੱਜੀ ਹੀ ਹੁੰਦੇ ਨੇ, ਕਿ ਸਾਡੀ ਜਿਹੜੀ ਨਿੱਜ ਤੋਂ ਪਾਰ ਦੀ ਜ਼ਿੰਦਗੀ, ਕੀ ਉਹਦੇ 'ਤੇ ਕੋਈ ਅਸਰ ਨਹੀਂ ਪੈਂਦਾ। ਉਹਨਾਂ ਦੇ ਪੈਂਦਾ ਹੈ। ਜਿਹਦੀ ਨਿੱਜੀ ਜ਼ਿੰਦਗੀ ਬਹੁਤ ਸੁਖਾਵੀਂ ਹੈ, ਉਹ ਬਾਹਰ ਵੀ ਬੜਾ ਸੁਖਾਵਾਂ ਜਿਹਾ ਤੁਹਾਨੂੰ ਦਿਸਦਾ, ਬਹੁਤ ਸਮਾਈਲਿੰਗ ਚਿਹਰਾ ਦਿਸਦਾ। ਜਿਹਦੇ ਉੱਥੇ ਵੀ ਪ੍ਰੋਬਲਮ ਹੈ, ਉਹ ਫਿਰ ਅਖੜ ਤਾਂ ਹੋ ਜਾਂਦਾ, ਫਿਰ ਉਹਦੀ ਭਾਸ਼ਾ 'ਚ ਫਿਰ ਗਾਲ ਤੇ ਆ ਜਾਂਦੀ ਹੈ, ਫਿਰ ਉਹ ਲੜਦਾ ਤਾਂ ਹੈਗਾ ਨਾ, ਉਹ ਸਾਰੇ। ਤੇ ਮੈਨੂੰ ਸੀ ਪੰਜਾਬੀ ਨਾਟਕ ਦੇ ਵਿੱਚ 2 ਕੁਛ ਹੀ ਹੋਏ ਅੱਜ ਤੱਕ, 2 ਐਕਸਟ੍ਰੀਮਸ ਹੋਏ ਹੈ ਕਿ ਜਾਂ ਤਾਂ ਸਾਡੇ ਕੋਲ ਬਲਵੰਤ ਗਾਰਗੀ ਹੈ ਜਿਹੜਾ ਗੱਲ ਹੀ ਉਹ ਕਰ ਰਿਹਾ, ਗੱਲ ਹੀ ਮਰਦ ਔਰਤ ਸੰਬੰਧਾਂ ਦੀ ਕਰ ਰਿਹਾ, ਦੂਜੀ ਕਰ ਹੀ ਨਹੀਂ ਰਿਹਾ, ਮਰਦ ਔਰਤ ਸੰਬੰਧਾਂ 'ਤੇ ਹੀ ਸਾਰਾ ਫੋਕਸ ਚਲ ਗਿਆ। ਜਾਂ ਫਿਰ ਸਾਡਾ ਦੂਜਾ ਨਾਟਕ ਹੈ ਜਿਹਦੇ ਵਿੱਚ ਅਸੀਂ ਇਸ ਨੂੰ ਵਿਵਰਜਿਤ ਵਿਸ਼ਾ ਹੀ ਮੰਨਿਆ ਹੋਇਆ ਵੀ ਅਸੀਂ ਤਾਂ ਇਨਕਲਾਬੀ ਕਿਸਮ ਦੇ ਨਾਟਕ ਕਰਦੇ ਹਾਂ, ਅਸੀਂ ਤਾਂ ਬਾਗੀ ਕਿਸਮ ਦੇ ਨਾਟਕ ਕਰਦੇ ਹਾਂ। ਇਹ ਗੱਲ ਨਹੀਂ ਕਰਨੀ ਨਾ। ਪਰਿਵਾਰ ਬੈਠੇ ਹੁੰਦੇ, ਅੱਗੇ ਧੀਆਂ ਭੈਣਾਂ ਬੈਠੀਆਂ ਹੁੰਦੀਆਂ, ਮਾਂ-ਬਾਪ ਬੈਠੇ ਹੁੰਦੇ, ਚਾਚੇ ਤਾਏ, ਇਹ ਨਹੀਂ ਕਰਨੀਆਂ। ਮੈਂ ਆਪਣੇ ਆਪ ਨੂੰ ਸਵਾਲ ਕੀਤਾ, ਮੈਂ ਕਿਸੇ ਨੂੰ ਤਾਂ ਸਵਾਲ ਨਹੀਂ ਕਰ ਸਕਦਾ। ਜੇ ਇਹ ਚੀਜ਼ਾਂ ਮਾਈਨਸ ਕਰੀ ਜਾਵਾਂਗੇ ਤੇ ਜ਼ਿੰਦਗੀ ਨਾਲ ਜੁੜਾਂਗੇ ਕਿੱਦਾਂ? ਜ਼ਿੰਦਗੀ ਨਾਲ ਜੁੜਨ ਲਈ ਇਹਨਾਂ ਵਿਸ਼ਿਆਂ ਨੂੰ ਛੋਹਣਾ ਪਏਗਾ। ਜਦ ਤੁਸੀਂ ਵਿਸ਼ਿਆਂ ਨੂੰ ਛੋਹਣ ਲੱਗੋਗੇ ਫਿਰ ਚੁਣੌਤੀ ਆਣੀ ਹੈ ਕਿ ਤੁਸੀਂ ਉਹਨਾਂ ਵਿਸ਼ਿਆਂ ਨੂੰ ਛੋਹਣਾ ਕਿੱਦਾਂ, ਤੁਸੀਂ ਐਸਥੈਟਿਕ ਸੈਂਸ ਨੂੰ ਬਰਕਰਾਰ ਕਿੱਦਾਂ ਰੱਖਣਾ ਕਿ ਮੇਰੇ ਸਾਹਮਣੇ ਜਿਹੜੀ ਆਡੀਅנס ਬੈਠੀ ਹੈ ਉਹਨੂੰ ਸਮਝ ਵੀ ਆਵੇ, ਫੀਲਿੰਗ ਵੀ ਆ ਜਾਵੇ ਕਿ ਇਹ ਕੀ ਕਰ ਰਿਹਾ ਤੇ ਕੀ ਕਹਿਣਾ ਚਾਹੁੰਦਾ, ਪਰ ਉਹਨੂੰ ਐ ਵੀ ਨਾ ਮਹਿਸੂਸ ਹੋਵੇ ਕਿ ਉਹਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਵੇ। ਨਹੀਂ, ਉਹਦੇ ਭਾਵੇਂ ਸੱਜੇ ਖੱਬੇ ਉਹਦੀ ਭੈਣ ਬੈਠੀ ਹੋਵੇ, ਉਹਦੀ ਧੀ ਬੈਠੀ ਹੋਵੇ, ਉਹਨੂੰ ਲੱਗੇ ਕਿ ਹਾਂ ਕੋਈ ਯਾਰ ਸੈਂਸਿਟਿਵ ਗੱਲ ਹੋ ਰਹੀ। ਇਸੇ ਕਰਕੇ ਸਮਾਂ ਵਾਲੀ ਡਾਂਗ ਦੇ ਵਿੱਚ ਮੈਂ 2 ਵਾਰੀ ਇਹੋ ਜਿਹੇ ਪਲ ਸਿਰਜਦਾ। ਇੱਕ ਵਾਰੀ ਤਾਂ ਬਿਲਕੁਲ ਹੀ ਪ੍ਰਚੰਡ ਰੂਪ 'ਚ ਸਿਰਜਦਾ ਜਿੱਥੇ ਉਹ ਆਪਣੀ ਪਤਨੀ ਦੇ ਨਾਲ ਸੰਭੋਗ ਕਰ ਰਿਹਾ ਹੈ, ਬਿਲਕੁਲ ਹੀ ਪ੍ਰਚੰਡ ਸਥਿਤੀ ਹੈ, ਔਰ ਦੱਸ ਕੇ ਦਰਸ਼ਕਾਂ ਨੂੰ ਦੱਸ ਕੇ ਸੈਟਅਪ ਕਰਕੇ ਉਹ ਕਹਿੰਦਾ ਹੈ ਨਾ ਕਿ ਖੇਤਾਂ ਤੋਂ ਆਉਂਦੇ ਆ, ਲਿਬੜੇ ਤਿਬੜੇ ਹੁੰਦੇ ਆ, ਗੀਤ ਚੱਲਦੇ ਆ, ਭਾਵਨਾ ਜਾਗਦੀ ਹੈ, ਉਹ ਵੀ ਦੇਖ ਲੈਂਦੀ, ਭਾਵੇਂ ਉਹ ਵੀ ਪਸੀਨੇ ਨਾਲ ਤਰਬਤਰ ਹੁੰਦੀ ਹੈ, ਹੈਗੇ ਤਾਂ ਬੰਦੇ ਹੀ ਆ, ਪੱਥਰ ਤਾਂ ਨਹੀਂ। ਉਹ ਇਹ ਕਹਿ ਕੇ ਤੇ ਫਿਰ ਉਸ ਪ੍ਰਕਿਰਿਆ 'ਚ ਪੈਂਦਾ, ਪਰ ਉਹ ਪੈਂਦਾ ਸਿੰਬੋਲਿਕ ਤਰੀਕੇ ਨਾਲ। ਪਰ ਦਰਸ਼ਕਾਂ ਵਿੱਚ ਕਦੇ ਅੱਜ ਤੱਕ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਸਮਝ ਆਇਆ ਜਿਹਨੇ ਇਹ ਕਿਹਾ ਵੀ ਯਾਰ ਉਹ ਪਿੱਛੇ ਕੱਪੜਿਆਂ ਨਾਲ ਤੂੰ ਕੀ ਕਰਦਾ ਹੁੰਦਾ। ਸਮਝ ਆਉਂਦਾ ਹੈ, ਲੋਕਾਂ ਨੂੰ ਪੱਲੇ ਪੈਂਦਾ ਇਹ ਚੀਜ਼ਾਂ, ਇਹ ਚੀਜ਼ ਕਰਦਾ। ਫਿਰ ਇਸ ਤੋਂ ਬਾਅਦ ਇੱਕ ਵਾਰੀ ਸੂਖਮ ਤਰੀਕੇ ਦੇ ਨਾਲ ਉਸੇ ਚੀਜ਼ ਨੂੰ, ਇੱਦਾਂ ਪ੍ਰਚੰਡ ਰੂਪ ਦੇ ਵਿੱਚ ਨਹੀਂ, ਸੂਖਮ ਰੂਪ ਦੇ ਵਿੱਚ ਉਸ ਚੀਜ਼ ਨੂੰ ਇਸਤੇਮਾਲ ਕਰਦਾ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਦਰਸ਼ਕ ਹੈ ਤੁਹਾਡਾ, ਉਹ ਪਹਿਲਾਂ ਇੱਥੋਂ ਜੁੜਦਾ ਹੈ, ਦਿਲ ਤੋਂ ਜੁੜਦਾ ਹੈ। ਫਿਰ ਕਿਉਂਕਿ ਤੁਸੀਂ ਲੈ ਕੇ ਤਾਂ ਉਹਦੇ ਦਿਮਾਗ ਤੱਕ ਜਾਣਾ, ਤੁਸੀਂ ਉਹਦੇ ਦਿਮਾਗ ਚੇਤਨ ਕਰਨਾ ਤੁਸੀਂ ਉਹਦੇ ਦਿਮਾਗ ਨੂੰ। ਪਰ ਜੇ ਮੈਂ ਕਿਸੇ ਨਾਲ ਦਿਲੋਂ ਹੀ ਨਹੀਂ ਜੁੜਿਆ, ਉਹ ਕਿਉਂ ਮੇਰੀ ਗੱਲਾਂ ਸੁਣੇਗਾ? ਕਾਹਦੇ ਲਈ ਸੁਣੇਗਾ? ਪਹਿਲਾਂ ਤਾਂ ਮੈਨੂੰ ਦਿਲ ਨਾਲ ਜੁੜਨਾ ਪਊਗਾ ਨਾ। ਦਿਲ ਨਾਲ ਜੁੜੇ ਹੋਵਾਂਗੇ ਤੇ ਤੁਸੀਂ ਤਿੱਖੀ ਗੱਲ ਵੀ ਕਹਿ ਦਿਓ ਨਾ, ਅਗਲਾ ਬਰਦਾਸ਼ਤ ਕਰ ਲੈਂਦਾ, ਬਾਅਦ 'ਚ ਭਾਵੇਂ ਤੁਹਾਡੇ ਨਾਲ ਬਹਿਸ ਕਰ ਲਵੇ ਪਰ ਬਰਦਾਸ਼ਤ ਕਰ ਲੈਂਦਾ। ਸੋ
ਮੈਨੂੰ ਇਹ ਸੀ ਕਿ ਮੇਰਾ ਨਾਟਕ ਦਿਲ ਤੋਂ ਜੁੜੇ ਲੋਕਾਂ ਦੇ ਨਾਲ, ਛੋਟੀ ਛੋਟੀਆਂ ਤੰਦਾਂ ਦੇ ਨਾਲ ਜੁੜੇ, ਨਿੱਕੀਆਂ ਨਿੱਕੀਆਂ ਤੰਦਾਂ ਦੇ ਨਾਲ। ਖੇਤੀ ਹੈ, ਖੇਤੀ ਕਰਦੇ ਹਾਂ ਅਸੀਂ ਆਮ ਹੀ ਕਹਿ ਦਿੰਦੇ ਹਾਂ ਕਿ ਮਿੱਟੀ ਤੇ ਤੀਵੀਂ ਇੱਕੋ ਜਿਹੇ ਹੁੰਦੇ ਨੇ, ਦੋਨਾਂ ਦਾ ਜੇਰਾ ਇੱਕੋ ਜਿਹਾ ਹੁੰਦਾ, ਬਹੁਤ ਕੁਝ ਸਹਿ ਲੈਂਦੀਆਂ, ਬਹੁਤ ਕੁਝ ਬਰਦਾਸ਼ਤ ਕਰ ਲੈਂਦੀਆਂ, ਬੋਲਦੀਆਂ ਨਹੀਂ। ਮੈਨੂੰ ਸੀ ਇਹ ਗੱਲ ਤਾਂ ਬਹੁਤ ਵਾਰੀ ਸੁਣੀ ਹੈ, ਬਹੁਤ ਵਾਰੀ ਕਹੀ ਹੈ, ਅਤੇ ਮੈਂ ਮਿੱਟੀ ਨਾਲ ਜੁੜੇ ਹੋਏ ਇੱਕ ਕਿਰਦਾਰ ਦਾ ਨਾਟਕ ਕਰ ਰਿਹਾ ਅਤੇ ਇਸ ਚੀਜ਼ ਨੂੰ ਫਿਰ ਖੋਲ੍ਹਣ ਦੀ ਤਾਂ ਲੋੜ ਹੈ। ਫਿਰ ਮੈਂ ਸਿੰਬੋਲਿਕ ਇੱਕ ਦ੍ਰਿਸ਼ ਸਿਰਜਦਾ ਕਿ ਜਦੋਂ ਅਸੀਂ ਫਸਲ ਬੀਜਦੇ ਹਾਂ ਤਾਂ ਉਹ ਜੇ ਤੁਸੀਂ ਬੜਾ ਜਿਹਾ ਧਿਆਨ ਲਾ ਕੇ ਸੋਚੋ ਤਾਂ ਉਹ ਐਗਜ਼ੈਕਟਲੀ ਉਹੀ ਕੁਛ ਹੈ ਜੋ ਔਰਤ ਮਰਦ ਦੇ ਸੰਬੰਧ ਨੇ, ਐਗਜ਼ੈਕਟਲੀ ਉਹੀ ਹੋਈ ਹੈ ਨਾ। ਕਿ ਤੁਸੀਂ ਉਹ ਜ਼ਮੀਨ ਨੂੰ ਵੀ ਪਹਿਲਾਂ ਤੁਸੀਂ ਤਿਆਰ ਕਰਦੇ ਹੋ, ਜ਼ਮੀਨ ਨੂੰ ਤਿਆਰ ਕਰਨ ਤੋਂ ਬਿਨਾਂ ਬੀਜ ਸੁੱਟਿਆ ਹੋਇਆ ਅਜਾਈ ਜਾਂਦਾ ਹੈ ਨਾ, ਤਿਆਰ ਕਰਦੇ ਹੋ, ਉਹ ਸਭ ਕੁਝ ਸਹਿੰਦੀ ਹੈ ਨਾ, ਸਾਰਾ ਕੁਝ। ਜੇ ਇਸ ਨੂੰ ਇੱਕ ਪਿਆਰੀ ਪ੍ਰਕਿਰਿਆ ਤੁਸੀਂ ਬਣਾ ਦੇਵੋ, ਕਹਿੰਦੇ ਨਾ ਕਿ ਉਸ ਜੱਟ ਦੇ ਖੇਤ ਦੇ ਵਿੱਚ ਵਧੀਆ ਫਸਲ ਉੱਗਦੀ ਜਿਹੜਾ ਜ਼ਮੀਨ ਨੂੰ ਬਹੁਤ ਮੋਹ ਨਾਲ ਦੱਬ ਕੇ ਵਾਹੁੰਦਾ, ਮੋਹ ਨਾਲ ਵਾਹੁੰਦਾ, ਪਿਆਰ ਕਰਦਾ ਉਹਨੂੰ। ਸੋ ਮੈਨੂੰ ਸੀ ਕਿ ਨਾਟਕ ਦੇ ਵਿੱਚੋਂ ਕਿਤੇ ਇੱਦਾਂ ਦਾ ਕੁਝ ਲੱਗੇ, ਸਿਰਫ ਇਹ ਨਾ ਲੱਗੇ ਕਿ ਅਸੀਂ ਫਸਲਾਂ ਪੈਦਾ ਕਰਦੇ ਹਾਂ, ਅਸੀਂ ਫਸਲਾਂ ਵੇਚਦੇ ਹਾਂ, ਸਾਡੀਆਂ ਫਸਲਾਂ ਦਾ ਮੁੱਲ ਨਹੀਂ ਮਿਲਦਾ, ਸਾਡੀਆਂ ਫਸਲਾਂ ਦਾ ਮੁੱਲ ਮਿਲਣਾ ਚਾਹੀਦਾ। ਇਹ ਤਾਂ ਰਹਿਣਾ ਹੈ ਨਾਟਕ ਦੇ ਵਿੱਚ, ਲੇਕਿਨ ਇਹਦੇ ਨਾਲ ਨਾਲ ਇਹ ਰਵੇ ਕਿ ਮੇਰੇ ਲਈ ਫਸਲ ਹੈ ਕੀ ਹੈ ਨਾ, ਫਸਲ ਦੇ ਮਾਇਨੇ ਕੀ ਨੇ ਮੇਰੇ ਲਈ। ਕੀ ਮੈਂ ਆਪਣੀ ਫਸਲ ਨੂੰ ਖੇਤਾਂ 'ਚ ਖੜੀ ਨੂੰ ਉਸੇ ਤਰ੍ਹਾਂ ਪਿਆਰ ਕਰਦਾ ਜਿਸ ਤਰ੍ਹਾਂ ਮੈਂ ਆਪਣੇ ਧੀਆਂ ਪੁੱਤਾਂ ਨੂੰ ਕਰਦਾ, ਜਾਂ ਕਿ ਸਿਰਫ ਮੈਂ ਇਹੀ ਸੋਚਦਾ ਕਿ ਇਸ ਫਸਲ ਨੂੰ ਮੈਂ ਵੱਢਣਾ ਤੇ ਵੱਢ ਕੇ ਮੰਡੀ ਸੁੱਟਣਾ ਤੇ ਸੁੱਟ ਕੇ ਮੈਂ ਪੈਸੇ ਕਮਾਉਣੇ ਆ। ਜੇ ਅਸੀਂ ਇੱਥੇ ਤੱਕ ਸੀਮਤ ਹੋ ਗਏ ਹਾਂ ਤਾਂ ਕਸੂਰ ਸਾਡਾ ਨਹੀਂ ਹੈ ਇਕੱਲਿਆਂ ਦਾ, ਸਿਸਟਮ ਨੇ ਇੱਥੋਂ ਤੱਕ ਸਾਨੂੰ ਪਹੁੰਚਾ ਦਿੱਤਾ ਕਿ ਉਹ ਧੀਆਂ ਪੁੱਤਾਂ ਦੀ ਤਰ੍ਹਾਂ ਓਨ ਕਰਨ ਵਾਲੀ ਫਸਲ ਨੂੰ ਸਾਡੇ ਲਈ ਸਿਰਫ ਤੇ ਸਿਰਫ ਇੱਕ ਪ੍ਰੋਡਕਟ ਬਣਾ ਦਿੱਤਾ ਕਿ ਸਾਨੂੰ ਲੱਗਦਾ ਇਹ ਪ੍ਰੋਡਕਟ ਹੈ, ਇਹ ਬੀਜਣਾ, ਵੱਢਣਾ ਤੇ ਮੰਡੀ ਸੁੱਟ ਆਉਣਾ, ਵੇਚਣਾ ਨਹੀਂ, ਮੰਡੀ ਸੁੱਟ ਆਉਣਾ। ਇਹ ਸਿਸਟਮ ਨੇ ਸਾਰੀਆਂ ਚੀਜ਼ਾਂ ਸਾਡੇ ਅੰਦਰ ਪਾਈਆਂ। ਅਤੇ ਮੈਂ ਸਾਹਿਤਕਾਰ ਹਾਂ, ਮੈਂ ਕਲਾਕਾਰ ਹਾਂ, ਮੈਂ ਕੋਈ ਰਾਜਨੀਤਿਕ ਬੰਦਾ ਨਹੀਂ ਹੈ, ਕੋਈ ਸਮਾਜਿਕ ਕਿਸੇ ਮੈਂ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਹੈਗਾ। ਮੇਰਾ ਰੋਲ ਕੀ ਹੈ? ਮੇਰਾ ਰੋਲ ਹੈਗਾ ਕਿ ਮੈਂ ਆਪਣੇ ਪਾਠਕ ਨੂੰ, ਆਪਣੇ ਦਰਸ਼ਕ ਨੂੰ ਸੈਂਸਿਟਾਈਜ਼ ਕਰਾਂ, ਉਹਦੀ ਸੰਵੇਦਨਸ਼ੀਲਤਾ ਨੂੰ ਜਗਾਵਾਂ, ਉਹਦੇ ਅੰਦਰ ਜੋ ਤੈਅ ਜੰਮੀਆਂ ਹੋਈਆਂ ਉਹਨਾਂ ਨੂੰ ਕਿਸੇ ਤਰ੍ਹਾਂ ਤਰਲ ਕਰ ਦੇਵਾਂ। ਜਦੋਂ ਉਹ ਤਰਲ ਹੋ ਗਈਆਂ, ਉਹ ਵਹਿ ਤੁਰੀਆਂ, ਅਤੇ ਜਦੋਂ ਤਰਲ ਹੋ ਕੇ ਜਦੋਂ ਗਲੇਸ਼ੀਅਰ ਪਿਘਲ ਕੇ ਬਹਿੰਦਾ ਹੈ ਤਾਂ ਪਿੱਛੇ ਇੱਕ ਸਪੇਸ ਕ੍ਰੀਏਟ ਕਰਦਾ ਹੈ। ਉਸ ਸਪੇਸ ਦੇ ਵਿੱਚ ਫਿਰ ਨਵੀਂ ਬਰਫ਼ ਆਉਂਦੀ ਹੈ, ਫਿਰ ਉਹ ਪਿਘਲਦੀ ਹੈ, ਅਤੇ ਜੇ ਪਿਘਲੇ ਹੀ ਕੁਛ ਨਾ ਤਾਂ ਸਪੇਸ ਕਿੱਥੋਂ ਕ੍ਰੀਏਟ ਹੋਣੀ ਹੈ? ਫਿਰ ਤਾਂ ਉਸ ਸਪੇਸ ਦੇ ਉੱਤੇ ਜੋ ਜੰਮਿਆ ਹੋਇਆ ਉਸੇ ਨੇ ਜੰਮਿਆ ਰਹਿਣਾ। ਮੇਰਾ ਸਾਰਾ ਥੀਏਟਰ ਹੁਣ, ਪਹਿਲਾਂ ਤਾਂ ਮੇਰੀ ਕਸਰਤਾਂ ਸੀ, 15, 20, 25 ਸਾਲ ਮੈਂ ਜੋ ਕੀਤਾ ਉਹ ਮੇਰਾ ਰਿਆਜ਼ ਸੀ। ਹੁਣ ਜਿੱਦਾਂ ਪਿਛਲੇ 5-6 ਸਾਲਾਂ ਤੋਂ ਜੋ ਮੈਂ ਲਿਖ ਰਿਹਾ, ਇੱਕ ਸਬਜੈਕਟ ਨੂੰ ਜਿੱਤੇ ਮੇਰੀ ਮਿਹਨਤ ਹੁੰਦੀ ਹੈ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰਾ ਨਾਟਕ ਸਿਰਫ ਆਪਣੇ ਵਿਸ਼ੇ ਤੱਕ ਸੀਮਤ ਨਾ ਰਹਿ ਜਾਵੇ, ਸਿਰਫ ਆਪਣੇ ਮੁੱਖ ਕਿਰਦਾਰ ਤੱਕ ਸੀਮਤ ਨਾ ਰਹਿ ਜਾਵੇ, ਉਹਦੀਆਂ ਲੇਅਰਸ ਅੱਗੇ ਫੁੱਟਣ ਜ਼ਰੂਰ। ਜੇ ਧੰਨ ਲਿਖਾਰੀ ਨਾਨਕਾ ਹੈਗਾ ਤੇ ਧੰਨ ਲਿਖਾਰੀ ਨਾਨਕਾ ਸਿਰਫ ਇੱਕ ਲੇਖਕ ਤੱਕ ਸੀਮਤ ਨਾ ਰਹਿ ਜਾਵੇ, ਕਿਉਂਕਿ ਜੇ ਲੇਖਕ ਇਹ ਮਾਣ ਮਹਿਸੂਸ ਕਰਦੇ ਆ ਤੇ ਸ਼ਿਕਵਾ ਵੀ ਕਰਦੇ ਆ। ਮਾਣ ਇਸ ਗੱਲ ਦਾ ਮਹਿਸੂਸ ਕਰਦੇ ਆ ਕਿ ਭਾਈ ਅਸੀਂ ਤੁਹਾਡੀ ਗੱਲ ਲਿਖਦੇ ਹਾਂ, ਸ਼ਿਕਵਾ ਵੀ ਇਹ ਕਰਦੇ ਕਿ ਤੁਸੀਂ ਸਾਡੀ ਕਿਤਾਬਾਂ ਪੜ੍ਹਦੇ ਨਹੀਂ, ਤੁਸੀਂ ਸਾਡੇ ਸਾਹਿਤ ਨੂੰ ਪੜ੍ਹਦੇ ਨਹੀਂ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੋਇਆ ਕਿ ਲੇਖਕ ਇੱਕ ਤਾਂ ਨਿਕਲਿਆ ਵੀ ਸਮਾਜ 'ਚੋਂ ਹੀ ਹੈ ਅਤੇ ਉਹਨੇ ਜੋ ਕੁਝ ਦੇਣਾ ਉਹ ਵੀ ਸਮਾਜ ਨੂੰ ਹੀ ਦੇਣਾ, ਅਤੇ ਉਹ ਕਿੰਨੇ ਕੁ ਬਿਹਤਰ ਤਰੀਕੇ ਨਾਲ ਲੇਖਕ ਦੇ ਰਿਹਾ, ਅਤੇ ਉਹ ਬਿਹਤਰ ਤਰੀਕੇ ਨਾਲ ਦੇਣ ਵਿੱਚ ਚੁਣੌਤੀਆਂ ਕੀ ਨੇ ਉਹਨਾਂ ਨੂੰ ਵੀ ਸਮਝਣਾ ਪਊਗਾ। ਹਰ ਲੇਖਕ ਇੰਨਾ ਬਲੰਟ ਨਹੀਂ ਹੁੰਦਾ, ਨਾ ਉਹ ਹੋ ਸਕਦਾ ਕਿ ਸਾਰੇ ਜਾ ਕੇ ਉੱਥੇ ਜਿੱਦਾਂ ਬੁੱਧੀਜੀਵੀ ਜੇਲ੍ਹ ਦੇ ਵਿੱਚ ਬੈਠੇ ਨੇ ਸਾਰੇ ਬੈਠ ਜਾਣਗੇ, ਪਰ ਜਿਹੜੇ ਉਹ 10-15 ਬੈਠੇ ਨੇ ਉਹ ਇਕੱਲੇ 10-15 ਹੀ ਬੈਠੇ ਰਹਿਣਗੇ ਜੇ ਤਾਂ ਫਿਰ ਤਾਂ ਗੱਲ ਅੱਗੇ ਨਹੀਂ ਤੁਰੇਗੀ। ਜੇ 10-15 ਦੇ ਨਾਲ ਅਸੀਂ ਸਾਰੇ ਖੜੇ ਹਾਂ ਆਪਣੇ ਆਪਣੇ ਯਤਨਾਂ ਦੇ ਨਾਲ, ਫਿਰ ਉਹ 10-15 ਜਿਹੜੇ ਅੰਦਰ ਜੇਲ੍ਹ ਦੇ ਵਿੱਚ ਵੀ 10-15 ਸਾਲ ਜ਼ਿੰਦਗੀ ਜ਼ਿਆਦਾ ਜੀ ਲੈਣਗੇ। ਉਹਨਾਂ ਨੂੰ ਪਤਾ ਹੈਗਾ ਕਿ ਸਾਡੀਆਂ ਬ੍ਰਾਂਚਿਸ ਬਾਹਰ ਖੜੀਆਂ ਨੇ, ਲੋਕਾਂ ਦੀ ਆਵਾਜ਼ ਬੰਦ ਨਹੀਂ ਹੋਈ, ਬੁਲੰਦੀ ਹੈਗੀ ਆ। ਪਰ ਜਦੋਂ ਤੁਸੀਂ ਤਿੱਖਾ ਬੋਲਦੇ ਹੋ ਬਤੌਰ ਲੇਖਕ, ਤਾਂ ਤਿੱਖਾ ਬੋਲਣ ਵੇਲੇ ਕਿਤੇ ਤੁਸੀਂ ਉਹ ਜਿਹੜਾ ਸਾਹਿਤ ਦਾ ਰਸ ਹੁੰਦਾ ਹੈ, ਜਿਹੜੀ ਸਾਹਿਤਕ ਬਾਰੀਕੀ ਹੁੰਦੀ ਹੈ, ਜਿਹੜੇ ਰਮਜ਼ਾਂ ਹੁੰਦੀਆਂ, ਜਿਹੜੀਆਂ ਪ੍ਰਤੀਕਾਂ ਸਿੰਬਲਸ ਦੇ ਵਿੱਚ ਗੱਲ ਕਰਨੀ ਹੁੰਦੀ ਹੈ, ਉਹਨੂੰ ਤਾਂ ਨਹੀਂ ਕਿਤੇ ਛੱਡ ਦਿੰਦੇ। ਜੇ ਤੁਸੀਂ ਛੱਡ ਦਿੰਦੇ ਹੋ ਅਗੇਨ ਫਿਰ ਉਹੀ ਗੱਲ ਹੋਣੀ ਹੈ ਕਿ ਤੁਸੀਂ ਆਪਣਾ ਫਰਜ਼ ਠੀਕ ਢੰਗ ਨਾਲ ਨਹੀਂ ਨਿਭਾ ਰਹੇ, ਤੁਸੀਂ ਕੁਝ ਹੋਰ ਬਣਨ ਦੀ ਕੋਸ਼ਿਸ਼ ਕਰ ਰਹੇ ਹੋ।
ਜੋ ਤੁਸੀਂ ਬਣਨਾ ਚਾਹਿਆ ਸੀ ਤੁਸੀਂ ਉਹ ਬਣਨ ਨਹੀਂ ਰਹੇ। ਇੱਕ ਬਿਜ਼ਨਸਮੈਨ ਜਦੋਂ ਬਿਜ਼ਨਸਮੈਨ ਹੁੰਦਾ ਹੈ, ਜੋ ਬਿਜ਼ਨਸ ਕਰਦਾ, ਉਹਦਾ ਸਾਰਾ ਹੀ ਸਮਾਂ ਇਸ ਚੀਜ਼ ਤੇ ਲੱਗਦਾ ਕਿ ਮੈਂ ਆਪਣੇ ਬਿਜ਼ਨਸ ਨੂੰ ਹੋਰ ਅੱਗੇ ਕਿੱਦਾਂ ਵਧਾਉਣਾ, ਮੈਂ ਕਿੱਦਾਂ ਆਪਣੇ ਕਸਟਮਰ ਦੇ ਨਾਲ ਬਿਹਤਰ ਤਰੀਕੇ ਨਾਲ ਰਿਲੇਸ਼ਨ ਆਪਣਾ ਬਣਾਉਣਾ, ਕਿਹੜੀਆਂ ਨਵੀਆਂ ਇਨੋਵੇਸ਼ਨਸ ਹੋਣੀਆਂ ਤਾਂ ਉਹਦਾ ਬਿਜ਼ਨਸ ਵੱਧਦਾ, ਨਹੀਂ ਤਾਂ ਬਿਜ਼ਨਸ ਬਲੌਕ ਹੋ ਜਾਂਦਾ, ਇੱਕ ਜਗ੍ਹਾ ਤੇ ਉੱਤੇ ਖੜਦਾ। ਫਿਰ ਉਹ ਨਵੀਆਂ ਚੀਜ਼ਾਂ ਵੀ ਲੈ ਕੇ ਆਉਂਦਾ, ਇੱਕੋ ਬਿਜ਼ਨਸ ਤੇ ਨਹੀਂ ਖੜਦਾ, ਉਹ ਕਹਿੰਦਾ ਆ ਵੀ ਕਰੂੰਗਾ। ਇੰਜੀਨੀਅਰ ਹੈ, ਹਰ ਰੋਜ਼ ਪ੍ਰੈਕਟਿਸ ਕਰਦਾ। ਡਾਕਟਰ ਹਰ ਰੋਜ਼ ਹਰ ਆਪਰੇਸ਼ਨ ਤੋਂ ਪਹਿਲਾਂ ਆਪਰੇਸ਼ਨ ਥੀਏਟਰ ਦੇ ਨਾਲ ਜਿਹੜਾ ਇੱਕ ਰੂਮ ਬਣਿਆ ਹੁੰਦਾ, ਉਸ ਰੂਮ ਦੇ ਵਿੱਚ ਜਾ ਕੇ ਆਪਣੇ ਸਾਰੇ ਸਟਾਫ ਨਾਲ ਗੱਲਾਂ ਕਰਦਾ, ਵਿਚਾਰ ਕਰਦਾ ਕਿ ਅੱਜ ਦਾ ਆਪਰੇਸ਼ਨ ਅਸੀਂ ਕਿਵੇਂ ਕਰਨਾ। ਤੇ ਫਿਰ ਜੇ ਅਸੀਂ ਕਹਿੰਦੇ ਹਾਂ ਕਿ ਲੇਖਕ ਹੋਣਾ, ਕਲਾਕਾਰ ਹੋਣਾ ਵੀ ਇੱਕ ਫੁੱਲ ਟਾਈਮ ਜੌਬ ਹੈ, ਪਾਰਟ ਟਾਈਮ ਜੌਬ ਨਹੀਂ ਹੈ, ਤੇ ਫਿਰ ਸਾਨੂੰ ਵੀ ਉਨੀ ਮਿਹਨਤ ਕਰਨੀ ਪਊਗੀ। ਸਾਨੂੰ ਉਹਦੀਆਂ ਡਾਇਮੈਂਸ਼ਨਸ, ਉਹਦੀਆਂ ਲੇਅਰਸ, ਉਹਦੀਆਂ ਜਿੰਨੀਆਂ ਪਰਤਾਂ ਨੇ ਉਹਨਾਂ ਨੂੰ ਫਰੋਲਣ ਲਈ। ਮੈਂ ਇੱਕ ਦਿਨ ਚਾਂਦ ਸਾਹਿਬ ਦੇ ਘਰੇ ਬੈਠਾ ਸੀ, ਕੋਈ ਗੱਲ ਇਸ ਤਰ੍ਹਾਂ ਚੱਲ ਪਈ ਕਿ ਇੱਕ ਬੰਦਾ ਗਜ਼ਲ ਲਿਖਦਾ, ਗਜ਼ਲ ਦੇ ਵਿੱਚ 5 6 7 8 10 ਸ਼ੇਅਰ ਹੋ ਜੂਗੇ ਵੱਧ ਤੋਂ ਵੱਧ। ਧਾਮੀ ਸਾਹਿਬ ਵਰਗਾ ਲਿਖੂਗਾ ਤਾਂ 25 ਕਰ ਲਿਖ ਦੂਗਾ, ਲੰਬੀ ਜ਼ਿਆਦਾ, ਨਹੀਂ ਤਾਂ ਇੰਨੇ ਕੁ ਹੁੰਦੇ ਆ। ਪਰ ਕੀ ਉਹ 8-10 ਸ਼ੇਅਰ ਲਿਖਣ ਵਾਲਾ ਬੰਦਾ ਉਹਨੇ 8 ਮਿੰਟਾਂ 'ਚ ਹੀ ਲਿਖ ਦਿੱਤੀ ਹੋਊਗੀ? ਹੋ ਸਕਦਾ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਸ ਚੀਜ਼ ਨੂੰ ਆਪਣੇ ਅੰਦਰ ਆਤਮਸਾਤ ਕਰ ਰਿਹਾ ਹੋਊਗਾ, ਸਮਝ ਰਿਹਾ ਹੋਊਗਾ। ਜਿਹਨੇ ਜ਼ਿਆਦਾ ਲੰਬੇ ਸਮੇਂ ਲਈ ਉਹਨੂੰ ਸਮਝਣ ਦੇ ਪ੍ਰੋਸੈਸ ਵਿੱਚ ਆਪਣੇ ਆਪ ਨੂੰ ਪਾ ਲਿਆ, ਉਹਦਾ ਉਨਾ ਹੀ ਇੱਕ ਸ਼ੇਅਰ ਜਿਹੜਾ ਹੈਗਾ ਨਾ ਉਹ ਬੁਲੰਦੀ ਤੇ ਚਲੇ ਜਾਂਦਾ, ਨਹੀਂ ਤਾਂ ਉਹ ਸਹੀ ਰਹਿ ਜਾਂਦਾ। ਔਰ ਇਹ ਸਾਰਿਆਂ ਨਾਲ ਹੀ, ਸਾਰੀਆਂ ਚੀਜ਼ਾਂ ਨਾਲ ਹੈ। ਕਲਾ ਨਾਲ ਵੀ ਜੁੜਿਆ ਹੋਇਆ, ਸਾਹਿਤ ਨਾਲ ਵੀ ਜੁੜਿਆ ਹੋਇਆ, ਲੋਕਾਂ ਦੇ ਨਾਲ ਜਿਹੜਾ ਸਾਹਿਤ ਤੇ ਕਲਾ ਦਾ ਰਿਸ਼ਤਾ ਹੈ, ਇਹ ਕੋਈ ਸਿੱਧ ਪੱਧਰੀ ਗੱਲ ਨਹੀਂ ਹੈ। ਕੋਈ ਲੋਕ ਪੱਖੀ ਹੋਣਾ ਵੀ ਕੋਈ ਸਿੱਧ ਪੱਧਰੀ ਜੀ ਗੱਲ ਨਹੀਂ ਹੈ। ਕੋਈ ਕਿਸੇ ਲਈ ਹੋ ਸਕਦੀ, ਪਰ ਮੈਨੂੰ ਜੋ ਸਮਝ ਆ ਰਿਹਾ ਨਹੀਂ ਹੈ, ਸਿੱਧ ਪੱਧਰੀ ਜੀ ਗੱਲ ਨਹੀਂ ਹੈ। ਵੀ ਮੈਂ ਲੋਕਾਂ 'ਚ ਖੜ ਕੇ ਇਹਦੇ ਆਪਣੇ 1.5 ਘੰਟੇ ਦਾ ਨਾਟਕ ਕੀਤਾ, 1.5 ਘੰਟੇ ਨਾਟਕ 'ਚ ਮੈਂ 20 ਵਾਰੀ ਇਨਕਲਾਬ ਜ਼ਿੰਦਾਬਾਦ ਕਹਿੰਦਾ ਤੇ ਮੈਂ ਲੋਕ ਪੱਖੀ ਹੋ ਗਿਆ। ਨਾ ਦੋਸਤੋ, ਇੱਦਾਂ ਨਹੀਂ ਹੋਣਾ, ਇੱਦਾਂ ਲੋਕ ਪੱਖੀ ਨਹੀਂ ਹੋਣਾ। ਮੈਂ ਕੋਈ ਨਾਟਕ ਕਰਾਂ, ਨਾਟਕ ਦੇ ਵਿੱਚ 25 ਵਾਰੀ ਬੋਲੇ ਸੋ ਨਿਹਾਲ ਦਾ ਜਕਾਰਾ ਵੱਜੇ ਤੇ ਮੈਂ ਸਿੱਖ ਹੋ ਜਾਂ, ਮੈਂ ਖਾਲਸਾਈ ਹੋ ਜਾਂ, ਇੱਦਾਂ ਨਹੀਂ ਹੋਣਾ। ਜਦੋਂ ਸ਼ਹੀਦ ਭਗਤ ਸਿੰਘ ਦੀ ਸ਼ਤਾਬਦੀ ਚੱਲ ਰਹੀ ਸੀ, ਔਲਖ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਭਗਤ ਸਿੰਘ ਬਾਰੇ ਨਾਟਕ ਕਿਉਂ ਨਹੀਂ ਲਿਖ ਰਹੇ? ਕਹਿੰਦੇ ਮੈਂ ਲਿਖਣਾ ਤਾਂ ਚਾਹੁੰਦਾ, ਪਰ ਮੇਰੀ ਦਿੱਕਤ ਹੈ, ਮੈਂ ਇਹੋ ਜਿਹਾ ਨਾਟਕ ਲਿਖਣਾ ਚਾਹੁੰਦਾ ਭਗਤ ਸਿੰਘ ਬਾਰੇ ਜਿਹਦੇ ਖਤਮ ਹੋਣ ਤੱਕ ਇੱਕ ਵੀ ਨਾਅਰਾ ਨਾ ਵੱਜੇ। ਕਿਉਂਕਿ ਜੇ 5 ਮਿੰਟਾਂ ਬਾਅਦ ਹੀ ਨਾਅਰੇ ਵੱਜਣੇ ਸ਼ੁਰੂ ਹੋ ਗਏ, ਨਾਟਕ ਨੂੰ ਤਾਂ ਸਮਝਣਾ ਹੀ ਨਹੀਂ ਉਹਨਾਂ ਨੇ। ਤੇ ਨਾਅਰਾ ਤਾਂ ਪਿਆ ਪਹਿਲਾਂ ਹੀ, ਨਾਅਰਾ ਤਾਂ ਮੌਜੂਦ ਹੈ, ਨਾਅਰਾ ਮੈਂ ਕਿਹੜਾ ਨਵਾਂ ਦੇਣਾ, ਉਹ ਤਾਂ ਫਾਂਸੀ ਦੇ ਰਸਤੇ ਤੋਂ ਦਿੱਤਾ ਹੋਇਆ, ਉਹ ਤਾਂ ਇਹਨਾਂ ਨੂੰ ਸਮਝ ਆਏ ਆ। ਮੈਂ ਭਗਤ ਸਿੰਘ ਨੂੰ ਸਮਝਾਉਣਾ ਚਾਹੁੰਦਾ, ਭਗਤ ਸਿੰਘ ਐਜ਼ ਅ ਪਰਸਨ ਕੀ ਸੀ, ਉਹ ਕਿਉਂ ਭਗਤ ਸਿੰਘ ਬਣਿਆ। ਮੈਂ ਉਸ ਇਨਸਾਨ ਨੂੰ ਸਮਝਣ ਤੇ ਸਮਝਾਉਣ ਦੇ ਪ੍ਰੋਸੈਸ ਵਿੱਚ ਪੈਣਾ। ਮੈਨੂੰ ਉਹ ਗੱਲ ਬੜੀ ਖੂਬਸੂਰਤ ਲੱਗੀ। ਇਸੇ ਕਰਕੇ ਜਦੋਂ ਮੈਂ ਆਹ ਲੇਟੈਸਟ ਨਾਟਕ ਜਿਹੜਾ ਹੁਣ ਪੇਸ਼ ਕਰਨਾ ਤੁਹਾਡੇ, ਲੱਛੂ ਕਬਾੜੀਆ ਮੇਰੇ ਜ਼ਿਹਨ 'ਚ ਤਾਂ ਬਹੁਤ ਦੇਰ ਤੋਂ ਸੀ, ਬੜੀ ਦੇਰ ਤੋਂ ਮੈਂ ਦੇਖ ਰਿਹਾ ਸੀ ਕਿ ਇੱਕ ਸੁਸਾਇਟੀ ਦਾ ਇੱਕ ਸੈਗਮੈਂਟ ਹੈ ਜਿਹਨੂੰ ਸਿਰਫ ਇਸ ਕਰਕੇ ਦਬਾ ਦਿੱਤਾ ਗਿਆ ਕਿ ਉਹ ਤਥਾਕਥਿਤ ਨੀਵੀਂ ਜ਼ਾਤ ਦਾ ਆ। ਉਹ ਨੀਵੀਂ ਜ਼ਾਤ ਵੀ ਕਿਹਨੇ ਡਿਫਾਈਨ ਕੀਤੀ ਕਿਸੇ ਨੂੰ ਨਹੀਂ ਪਤਾ। ਹਵਾ ਦੀਆਂ ਗੱਲਾਂ, ਹਵਾ 'ਚੋਂ ਸੁਣਾ ਕੇ ਮੰਨੀ ਜਾ ਰਹੇ ਵੀ ਉਹ ਨੀਵੀਂ ਜ਼ਾਤ ਦਾ ਆ, ਉਹ ਐਸ ਜ਼ਾਤ ਦਾ, ਉਹ ਐਸ ਜ਼ਾਤ ਦਾ। ਨੀਵਾਂ ਕੀ ਹੈ ਕਿਸੇ ਨੇ ਡਿਫਾਈਨ ਨਹੀਂ ਕੀਤਾ, ਕਿਸੇ ਨੇ ਪਰਿਭਾਸ਼ਿਤ ਹੀ ਨਹੀਂ ਕਰਕੇ ਦੱਸਿਆ ਹੀ ਨਹੀਂ, ਕਿਸੇ ਬੰਦੇ ਨੇ ਸਮਝਾਇਆ ਨਹੀਂ ਵੀ ਨੀਵਾਂ ਦੱਸ ਦਿਓ, ਨੀਵਾਂ ਕੀ ਹੈ ਤੇ ਉੱਚਾ ਕੀ ਹੈ, ਉਹਨੂੰ ਦਬਾਉਣ ਦੇ ਕਾਰਨ ਕੀ ਨੇ। ਫਿਰ ਜਿਹੜੇ ਦਬਾਉਂਦੇ ਆ ਰਹੇ ਨੇ ਉਹਨਾਂ ਨੇ ਅੱਜ ਤੱਕ ਇੱਕ ਆਪਣੀ ਰਿਪੋਰਟ ਦੇ ਲਿਸਟ ਦੇਣ ਵੀ ਅਸੀਂ ਇੱਦਾਂ ਜ਼ਾਤੀ ਵਿਤਕਰਾ ਕਰਕੇ ਆਹ ਕੁਝ ਖੱਟ ਲਿਆ, ਜ਼ੀਰੋ। ਮਤਲਬ ਪਿੰਡ ਦਾ ਕੋਈ ਜੱਟ ਕਹਿ ਦੇਵੇ ਕਿ ਮੈਂ ਇਸ ਭਾਈਚਾਰੇ ਨੂੰ ਦਬਾ ਕੇ ਮੈਂ ਆਹ ਖੱਟ ਲਿਆ, ਦੱਸੇ, ਰਿਪੋਰਟ ਦੇਵੇ, ਨਹੀਂ ਹੈ। ਬਲਕਿ ਤੁਸੀਂ ਜ਼ਲਾਲਤ ਹੰਡਾਈ, ਉਹਨਾਂ ਨੂੰ ਦਬਾਉਂਦਿਆਂ ਵੀ ਜ਼ਲਾਲਤ ਹੰਡਾਈ ਤੁਸੀਂ। ਮੈਂ ਸ਼ਾਇਦ ਥੋੜ੍ਹੇ ਦਿਨ ਪਹਿਲਾਂ ਵੀ ਇੱਥੇ ਇੱਕ ਸਮਾਗਮ 'ਚੋਂ ਗੱਲ ਕੀਤੀ ਸੀ। ਮੈਂ ਗੁਰਦਾਸਪੁਰ ਦੇ ਕਾਲਜ ਦੇ ਵਿੱਚ ਲੱਛੂ ਕਬਾੜੀਆ ਨਾਟਕ ਕਰਨ ਗਿਆ। ਨਾਟਕ ਕੀਤਾ, ਖਤਮ ਹੋਇਆ ਤੇ ਮੈਂ ਇੱਕ ਰੂਮ ਦੇ ਵਿੱਚ ਕੱਪੜੇ ਚੇਂਜ ਕਰ ਰਿਹਾ ਸੀ ਤੇ ਰੂਮ ਦੀ ਇੱਕ ਖਿੜਕੀ ਥੋੜ੍ਹੀ ਟੁੱਟੀ ਹੋਈ ਸੀ ਤੇ ਬਾਰ-ਬਾਰ ਇੱਕ 70-75 ਸਾਲ ਦਾ ਬਜ਼ੁਰਗ, ਢੱਠੀ ਜੀ ਉਹਦੀ ਪੱਗ, ਉਹ ਬਾਰ-ਬਾਰ ਇੱਦਾਂ ਆਵੇ ਤੇ ਚਲੇ ਜਾਵੇ। ਮੈਨੂੰ ਲੱਗਾ ਇਹ ਤਸਵੀਰ ਖਿਚਾਉਣ ਵਾਲਾ ਤਾਂ ਲੱਗਦਾ ਨਹੀਂ। ਉਸ ਤੋਂ ਪਹਿਲਾਂ ਕਾਫੀ ਸਟੂਡੈਂਟ ਤਸਵੀਰਾਂ ਮੇਰੇ ਨਾਲ ਖਿਚਾ ਚੁੱਕੇ ਸੀ। ਇਹ ਕੌਣ ਹੋ ਸਕਦਾ? ਮੈਨੂੰ ਜਿਗਿਆਸਾ ਜਾਗੀ। ਮੈਂ ਤਾਂ ਬਾਹਰ ਨਿਕਲਿਆ, ਬਜ਼ੁਰਗੋ ਦੱਸੋ। ਉੱਥੇ ਖੜਾ ਰਿਹਾ। ਮੈਂ ਕਿਹਾ ਗੱਲ ਕਰੋ, ਦੇਖੀ ਜਾਵੇ ਲਗਾਤਾਰ ਮੇਰੇ ਵੱਲ ਨੂੰ। ਮੈਂ ਕਿਹਾ ਬਜ਼ੁਰਗੋ ਕੋਈ ਗੱਲ ਕਰੋ। ਉਹ ਕਹਿੰਦਾ ਮਾਫੀ। ਮੈਂ ਉਹਨੂੰ ਕਿਹਾ ਬਜ਼ੁਰਗੋ ਇਸ ਤਰ੍ਹਾਂ ਦੀ ਗੱਲ ਕਾਹਦੀ ਮਾਫੀ ਤੁਸੀਂ ਮੰਗ ਰਹੇ ਹੋ? ਇੰਨੀ ਦੇਰ 'ਚ ਉੱਧਰੋਂ ਪ੍ਰਬੰਧਕਾਂ ਵੱਲੋਂ ਡਾਕਟਰ ਸਾਹਿਬ ਆ ਜਾਓ, ਲੰਗਰ ਤਿਆਰ ਹੈ, ਲੰਗਰ ਛਕ ਲਓ। ਅਤੇ ਮੈਂ ਉਹਨੂੰ ਬਜ਼ੁਰਗ ਨੂੰ ਜੱਫੀ ਪਾਉਂਦਾ, ਬਜ਼ੁਰਗੋ ਆਓ ਲੰਗਰ ਛਕਦੇ ਆਪਾਂ। ਉਹ ਕਹਿੰਦਾ ਮਾਫੀ। ਹੱਥ ਉਹਦੀ ਕਿਤੇ ਇੱਦਾਂ ਕੰਬ ਰਹੇ ਅਤੇ ਬਹੁਤ ਮਤਲਬ ਕਿ ਬੁਰੀ ਉਹਦੀ ਹਾਲਤ। ਮੈਨੂੰ ਸਮਝ ਨਾ ਆਵੇ, ਨਾ ਤਾਂ ਮੈਂ ਕੁਛ ਬੋਲ ਸਕਾਂ। ਅਖੀਰ 'ਚੋਂ ਕਹਿੰਦਾ
ਕਿ ਤੁਸੀਂ ਆਪਣੇ ਨਾਟਕ ਦੇ ਵਿੱਚ ਦਿਖਾਇਆ ਨਾ ਕਿ ਇੱਕ ਬੰਦਾ ਜਿਹੜਾ ਜ਼ਿਮੀਂਦਾਰ ਹੈ, ਜ਼ਮੀਨ ਵਾਲਾ ਹੈ, ਅਤੇ ਉਹਦੇ ਖੇਤਾਂ ਦੇ ਵਿੱਚ ਪੱਠੇ ਲੈਣ ਆਉਂਦੀ ਹੈ ਮਿੰਦੀ, ਅਤੇ ਉਹ ਪੱਠਿਆਂ ਦੀ ਪੰਡ ਬਦਲੇ ਉਹਦੇ ਨਾਲ ਧੱਕਾ ਕਰਦਾ ਹੈ। ਕਹਿੰਦਾ ਮੈਂ ਜਵਾਨੀ ਪਹਿਰੇ ਇੱਕ ਮਿੰਦੀ ਨਾਲ ਧੱਕਾ ਕੀਤਾ ਸੀ, ਮਾਫੀ ਮਾਫੀ ਕਹਿ ਕੇ ਉਹ ਚਲਾ ਗਿਆ, ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਨੂੰ ਉਸ ਦਿਨ ਰੰਗਮੰਚ ਦੀ ਤਾਕਤ ਦਾ ਅਹਿਸਾਸ ਹੋਇਆ ਵੀ ਰੰਗਮੰਚ ਇੱਦਾਂ ਵੀ ਕੁਝ ਕਹਿ ਸਕਦਾ ਹੈ। ਉਹ ਬੜਾ ਟੇਢਾ ਸੀਕੁਐਂਸ ਹੈ ਨਾਟਕ ਦੀ 23 ਤਰੀਕ ਨੂੰ ਦੇਖਣਾ, ਇਸ ਕਰਕੇ ਮੈਂ ਉਹਨੂੰ ਖੋਲ੍ਹਣਾ ਨਹੀਂ। ਬਹੁਤ ਟੇਢਾ ਸੀਕੁਐਂਸ ਹੈ। ਕੁਛ ਮੇਰੇ ਆਪਣਿਆਂ ਨੇ ਬਹੁਤ ਕਿਹਾ ਕਿ ਨਾਟਕ 'ਚ ਇੰਨੀ ਖੁੱਲ੍ਹ ਨਾ ਲਿਆ ਕਰ, ਸੰਗ ਆਉਣ ਲੱਗ ਪੈਂਦੀ ਹੈ। ਮੈਂ ਕਿਹਾ ਮੈਂ ਤੇ ਨਾਟਕ 'ਚ ਲੈਣਾ, ਤੁਸੀਂ ਬਾਹਰ ਨਾ ਲਿਆ ਕਰੋ ਇੰਨੀ ਖੁੱਲ੍ਹ, ਮੈਨੂੰ ਉਦੋਂ ਸੰਗ ਆਉਂਦੀ ਹੈ। ਜਾਂ ਤਾਂ ਉਹ ਛੱਡ ਦਿਓ, ਉਹ ਵੀ ਛੱਡੋ ਨਾ, ਫਿਰ ਮਾੜੀ ਜਿਹੀ ਗੱਲ ਤੇ ਤੁਸੀਂ ਕਹਿ ਨੇ। ਸੋ ਵਿਤਕਰੇ ਦੀਆਂ ਪਰਤਾਂ ਬਹੁਤ ਜ਼ਿਆਦਾ ਨੇ। ਤੁਸੀਂ ਇੱਕ ਇਨਸਾਨ ਦੀ ਪਹਿਚਾਣ ਹੀ ਗਾਇਬ ਕਰ ਦਿੱਤੀ। ਤੁਸੀਂ ਉਹਨੂੰ ਇਹ ਮੌਕਾ ਹੀ ਨਹੀਂ ਦਿੱਤਾ ਕਿ ਉਹ ਵੀ ਕਦੇ ਬੜੇ ਮਾਣ ਨਾਲ ਕਹਿ ਸਕੇ ਕਿ ਮੇਰਾ ਨਾਮ ਸਰਦਾਰ ਲਛਮਣ ਸਿੰਘ ਹੈ। ਤੁਸੀਂ ਉਹ ਕਹਿੰਦੇ ਅੱਛਾ ਸਰਦਾਰਾਂ ਦੀ ਰੀਸ ਕਰਦਾ, ਸਾਲਾ ਗਾਲ ਵੀ ਕੱਢਦੇ ਨਾਲ। ਕਾਹਦੇ ਲਈ? ਜੇ ਉਹਦਾ ਦਿਲ ਕਰਦਾ, ਉਹਦੀ ਮਾਂ ਨੇ ਕਿਸ ਟਾਈਮ ਕਿਹਾ ਉਹਨੂੰ ਕਹਿਣ ਦਿਓ। ਨਹੀਂ, ਤੁਸੀਂ ਲੱਛੂ ਬਣਾ ਦਿੱਤਾ ਉਹਨੂੰ, ਤੁਸੀਂ ਕੁਲਵਿੰਦਰ ਸਿੰਘ ਨੂੰ ਕਾਲੂ ਬਣਾ ਦਿੱਤਾ, ਤੁਸੀਂ ਊਧਮ ਸਿੰਘ ਨੂੰ ਊਧੋ ਬਣਾ ਦਿੱਤਾ, ਸਿਰਫ ਇੰਨੀ ਗੱਲ ਕਰਕੇ ਕਿ ਕਿਸੇ ਨੇ ਕਿਸੇ ਟਾਈਮ ਲਿਖਿਆ ਸੀ ਕਿ ਇਹ ਪੈਰਾਂ 'ਚੋਂ ਨਿਕਲੇ ਆ। ਤੁਸੀਂ ਉਹਦੀ ਪੜਤਾਲ ਨਹੀਂ ਕੀਤੀ, ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਤੁਸੀਂ ਉਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਤੁਸੀਂ ਉਹ ਕਰਦੇ ਰਹੇ। ਅਤੇ ਜਿਹੜੀ ਸੱਤਾ ਆ, ਜਿਹੜੀ ਦਬਾਉਣਾ ਚਾਹੁੰਦੀ ਹੈ ਬਖਤਾਵਰਾਂ ਨੂੰ ਅਤੇ ਲੱਛੂਆਂ ਨੂੰ, ਦੋਨਾਂ ਨੂੰ ਹੀ, ਸੰਮਾਂ ਵਾਲੀ ਡਾਂਗ ਅਤੇ ਲੱਛੂ ਕਬਾੜੀਆ, ਜਿਹੜੀ ਦਬਾਉਣਾ ਚਾਹੁੰਦੀ, ਉਹਦਾ ਕੰਮ ਸੌਖਾ ਕਰੀ ਜਾ ਰਹੇ ਹਾਂ ਅਸੀਂ। ਅਸਲ ਦੇ ਵਿੱਚ ਮਸਲਾ ਇੱਥੇ ਖੜਾ। ਅਤੇ ਮੇਰਾ ਨਾਟਕ ਜਿਹੜਾ ਕਲਮੀਨੇਟ ਹੁੰਦਾ ਉਹ ਇਸ ਪੁਆਇੰਟ 'ਤੇ ਆ ਕੇ ਹੁੰਦਾ ਕਿ ਉਹਦਾ ਕੰਮ ਕਿਉਂ ਸੌਖਾ ਕਰ ਰਹੇ ਹੋ। ਉਹਦਾ ਕੰਮ ਤਾਂ ਈਜ਼ੀ ਹੈ। ਜਿੰਨੇ ਅਸੀਂ ਪਾੜੇ ਪਾਈ ਜਾਵਾਂਗੇ, ਜਿੰਨੇ ਟੁੱਟੀ ਜਾਵਾਂਗੇ, ਜਿੰਨੇ ਵਿਤਕਰੇ ਹੋਈ ਜਾਣਗੇ, ਉਹਦਾ ਕੰਮ ਹੋਰ ਈਜ਼ੀ ਜਾਈ ਜਾਏਗਾ। ਇਹ ਤਾਂ ਉਹ ਚਾਹੁੰਦਾ। ਇੱਕ ਡਿਵਾਈਡ ਐਂਡ ਰੂਲ ਬਹੁਤ ਓਬਵੀਅਸ ਕਿਸਮ ਦਾ ਹੁੰਦਾ, ਇੱਕ ਡਿਵਾਈਡ ਐਂਡ ਰੂਲ ਬਹੁਤ ਹਿਡਨ ਕਿਸਮ ਦਾ ਹੁੰਦਾ। ਇਹ ਹਿਡਨ ਕਿਸਮ ਦੇ ਵਿੱਚ ਅਸੀਂ ਕੰਟਰੀਬਿਊਟ ਕਰ ਰਹੇ ਹਾਂ ਇੱਦਾਂ ਕਿ ਉਹ ਹਿਡਨ ਕਿਸਮ ਦੇ ਵਿਤਕਰੇ ਚੱਲੀ ਜਾਂਦੇ ਆ। ਸੋ ਉਹ ਨਾਟਕ ਲੱਛੂ ਕਬਾੜੀਆ, ਉਹਦੇ ਵਿੱਚ ਮੇਰੇ ਜ਼ਿੰਦਗੀ ਦੇ ਆਪਣੇ ਕੁਛ ਘਟਨਾਵਾਂ ਨੇ। ਮੇਰਾ ਇੱਕ ਦੋਸਤ ਸੀ ਜਿਹੜਾ ਕਿ ਬਿਲੋਂਗ ਕਰਦਾ ਸੀ ਉਸ ਭਾਈਚਾਰੇ ਨੂੰ ਜਿਹਨੂੰ ਆਪਾਂ ਦਲਿਤ ਭਾਈਚਾਰਾ ਕਹਿੰਦੇ। ਉਹਦਾ ਤਾਂ ਨਵਾਂ ਵਿਆਹ ਹੋਇਆ ਸੀ ਅਤੇ ਇੱਕ ਦਿਨ ਅਸੀਂ ਖੇਤਾਂ 'ਚ ਬੈਠੇ ਅਤੇ ਮੇਰੇ ਮੋਢੇ ਲੱਗੇ ਅਤੇ ਰੋਣ ਲੱਗ ਪਿਆ, ਭੁੱਬਾਂ ਮਾਰ ਕੇ ਰੋਇਆ। ਮੈਨੂੰ ਤੈਨੂੰ ਕੀ ਹੋਇਆ? ਕਹਿੰਦਾ ਯਾਰ ਰਾਤੀ ਤੇਰੀ ਭਾਬੀ ਕੁੱਟੀ ਗਈ। ਮੈਂ ਉਹਨੂੰ ਕਿਹਾ ਭਾਈ ਯਾਰ ਹਾਲੇ ਤਾਂ ਮਹੀਨਾ ਵੀ ਨਹੀਂ ਹੋਇਆ ਤੇਰੇ ਵਿਆਹ ਨੂੰ, ਭਾਬੀ ਕੁੱਟੀ ਗਈ? ਫਿਰ ਉਹਨੇ ਸੁਣਾਇਆ ਸਾਰਾ ਦਰਦ ਕਿ ਕਿਉਂ ਕੁੱਟੀ ਗਈ। ਉਹ ਤੁਸੀਂ ਨਾਟਕ ਵਿੱਚ ਦੇਖੋਗੇ, ਤੁਸੀਂ ਸਮਝ ਗਏ ਹੋਵੋਗੇ ਕਿਉਂ ਕੁੱਟੀ ਗਈ। ਉਹ ਕੈਸੇ ਪਲ ਨੇ, ਉਹ ਕੈਸੀ ਜ਼ਿੰਦਗੀ ਹੈ ਜਿੱਥੇ ਤੁਸੀਂ ਉਹਨਾਂ ਪਲਾਂ ਲਈ ਸਪੇਸ ਵੀ ਹੈ ਨਹੀਂ ਤੁਹਾਡੇ ਕੋਲ, ਔਰ ਤੁਸੀਂ ਫਿਰ ਰਿੱਝਦੇ ਕਿੱਥੇ ਹੋ? ਆਪਸ 'ਚ ਹੀ ਰਿੱਝਦੇ ਹੋ, ਕਿਉਂਕਿ ਲੜਾਈ ਤੁਹਾਡੀ ਪਹਿਲਾਂ ਆਪਸ ਵਿੱਚ ਸ਼ੁਰੂ ਹੁੰਦੀ ਹੈ, ਫਿਰ ਹੌਲੀ ਤੁਸੀਂ ਉਸ ਨੂੰ ਟਰਾਂਸਫਾਰਮ ਕਰਦੇ ਹੋ। ਸੋ ਇਹ ਉਹ ਨਾਟਕ ਦੇ ਵਿੱਚ ਮੈਨੂੰ ਸੀ ਜਿਹੜੀ ਪਰਸਨਲ ਤੁਹਾਡੀ ਰੰਜਿਸ਼ਾਂ, ਨਿੱਜੀ ਲੜਾਈ ਨੇੜੇ ਚੱਲ ਕੇ ਉਹਨੂੰ ਟਰਾਂਸਫਾਰਮ ਕਰਕੇ ਇੱਕ ਵੱਡੀ ਲੜਾਈ ਦੇ ਵਿੱਚ ਉਹਨੂੰ ਤਬਦੀਲ ਕੀਤਾ ਜਾਵੇ, ਲੇਕਿਨ ਬਹੁਤ ਸਹਿਜ ਨਾਲ 1 ਘੰਟੇ 20 ਮਿੰਟ ਦੇ ਵਿੱਚ ਲੋਕਾਂ ਨੂੰ ਹਰ 10 ਮਿੰਟ ਬਾਅਦ ਮਹਿਸੂਸ ਹੋਵੇ ਕਿ ਅੱਛਾ 1 ਇੰਚ ਉੱਪਰ ਹੋਏ ਹੈ, ਫਿਰ ਅਗਲੇ 10 ਮਿੰਟ ਬਾਅਦ ਮਹਿਸੂਸ ਹੋਵੇ ਕਿ 1 ਇੰਚ ਹੋਰ ਉੱਪਰ ਉੱਠੇ ਗਏ, ਫਿਰ ਅਖੀਰ 'ਤੇ ਲੱਗੇ ਕਿ ਨਹੀਂ ਹੁਣ ਤਾਂ ਖੜ੍ਹੇ ਹੋ ਗਏ ਹਾਂ, ਹੌਲੀ ਮਹਿਸੂਸ ਹੋਵੇ। ਸੋ ਇਸ ਤਰ੍ਹਾਂ ਦੇ ਕੁਝ ਵਰਤਾਰੇ ਨੇ ਜੋ ਮੈਂ ਆਪਣਾ ਨਵਾਂ ਨਾਟਕ, ਮੈਨੂੰ ਅੱਜ ਕੁਛ ਨਹੀਂ ਪਤਾ ਮੈਂ ਤੁਹਾਡੇ ਨਾਲ ਕੀ ਗੱਲਾਂ ਕਰ ਰਿਹਾ, ਸੱਚੀ ਕਹਿ ਰਿਹਾ। ਮੈਂ ਕੋਈ ਤਰਤੀਬ ਨਹੀਂ ਅੱਜ ਮੇਰੀ ਗੱਲਾਂ ਦੀ, ਮੈਂ ਬੇਤਰਤੀਬਾ ਹੀ ਬੋਲਣਾ ਚਾਹੁੰਦਾ ਕਿ ਮੈਂ ਬੇਤਰਤੀਬ ਜ਼ਿੰਦਗੀ ਨੂੰ ਇਸ਼ਕ ਕਰਦਾ। ਮੈਨੂੰ ਬਹੁਤ ਪਿਆਰੀ ਲੱਗਦੀ ਬੇਤਰਤੀਬ ਜ਼ਿੰਦਗੀ ਜਿਹੜੀ ਹੁੰਦੀ ਹੈ। ਤਰਤੀਬਾਂ ਨੇ ਸਾਡਾ ਬਹੁਤ ਵਿਗਾੜਿਆ, ਨੁਕਸਾਨ ਕੀਤਾ ਸਾਡਾ। ਮੈਂ ਜਿਹੜਾ ਨਵਾਂ ਨਾਟਕ ਲਿਖ ਰਿਹਾ, ਅੱਧਾ ਲਿਖਿਆ ਹੋਇਆ ਸੰਦੂਕੜੀ ਖੋਲ ਨਰੈਣਿਆਂ। ਉਹ ਮੈਂ ਜਿਹੜੀ ਜਵਾਨੀ ਆ ਪੰਜਾਬ ਦੀ ਜਵਾਨੀ, ਮੈਂ ਤੁਹਾਨੂੰ ਪੰਜਾਬ ਹੀ ਸਮਝਦਾ, ਤੁਸੀਂ ਕਹਿੰਦੇ ਹੀ ਹੋ ਵੀ ਸਾਡਾ ਕੈਨੇਡਾ 'ਚ ਵੀ ਪੰਜਾਬ ਵੱਸਦਾ। ਉਹ ਸਾਰੀ ਜਵਾਨੀ ਜਿਹੜੀ ਜਿੱਦਾਂ ਦੀ ਜਵਾਨੀ ਸਾਨੂੰ ਹੁਣ ਨਜ਼ਰ ਆ ਰਹੀ ਹੈ ਉੱਦਾਂ ਦੀ ਕਿਉਂ ਹੋ ਗਈ? ਉਹ ਕੀ ਕਾਰਨ ਬਣੇ ਕਿ ਜਵਾਨੀ ਉੱਦਾਂ ਦੀ ਹੋ ਗਈ ਅਤੇ ਅਸੀਂ ਵਹਿੰਦੇ ਹੀ ਰਹਿ ਗਏ। ਸਾਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਜਵਾਨੀ ਗੁਸਤਾਖ ਹੋ ਗਈ, ਕਿਹੜੇ ਵੇਲੇ ਜਵਾਨੀ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਤੂੰ ਪੜ੍ਹਿਆ ਲਿਖਿਆ ਪਾਸੇ ਹੋ, ਤੈਨੂੰ ਨਹੀਂ ਪਤਾ, ਤੂੰ ਤਾਂ ਗੀਦੀ ਹੈ, ਤੂੰ ਤਾਂ ਡਰਪੋਕ ਹੈ। ਪੜ੍ਹੇ ਲਿਖੇ ਤਾਂ ਡਰਪੋਕ ਹੁੰਦੇ, ਤੁਸੀਂ ਕੁਝ ਨਹੀਂ ਕਰ ਸਕਦੇ, ਜਿਨ੍ਹਾਂ ਨੇ ਕਰਨਾ ਹੁੰਦਾ ਉਹ ਪੜ੍ਹੇ ਲਿਖੇ ਨਹੀਂ ਹੁੰਦੇ। ਕਦੋਂ ਪਹੁੰਚ ਗਈ ਜਵਾਨੀ? ਕਿਹਨੇ ਪਹੁੰਚਾਤੀ? ਕਿੱਥੋਂ ਆਈ ਉਹ ਜਵਾਨੀ? ਅਤੇ ਜਿਹੜੀ ਜਵਾਨੀ ਵੋਕਲ ਨਹੀਂ ਹੈ ਲੇਕਿਨ ਕੁਝ ਕਰਨਾ ਚਾਹੁੰਦੀ ਹੈ, ਪੜ੍ਹਨਾ ਵੀ ਚਾਹੁੰਦੀ ਹੈ, ਤਰੱਕੀ ਵੀ ਕਰਨਾ ਚਾਹੁੰਦੀ ਹੈ, ਮਿਹਨਤ ਵੀ ਕਰਨਾ ਚਾਹੁੰਦੀ ਹੈ ਔਰ ਕਰ ਰਹੀ ਹੈ। ਮੈਂ ਪੰਜਾਬ ਤੋਂ ਆਇਆ, ਮੈਂ ਤੁਹਾਨੂੰ ਤਸੱਲੀ ਨਾਲ ਇਹ ਗੱਲ ਕਹਿ ਸਕਦਾ, ਕਦੇ ਇਸ ਭੁਲੇਖੇ 'ਚ ਨਾ ਆ ਜਾਓ ਕਿ ਪੰਜਾਬ ਦੀ ਸਾਰੀ ਜਵਾਨੀ ਖਰਾਬ ਹੋ ਗਈ। ਇੱਦਾਂ ਨਹੀਂ ਹੈ। ਸਿਰਫ ਜਿਹੜੀ ਖਰਾਬ ਵੋਕਲ ਬਹੁਤ ਹੈ,
ਉਹਦੀਆਂ ਹਰਕਤਾਂ ਨਜ਼ਰ ਆਉਂਦੀਆਂ, ਜਿਹੜੀ ਸਹਿਜ ਤਰੀਕੇ ਨਾਲ ਮਿਹਨਤ ਕਰਦੇ ਉਹਨੂੰ ਨਜ਼ਰ ਨਹੀਂ ਆਉਂਦੀ। ਪਿੰਡਾਂ ਦੇ ਮੁੰਡੇ ਸੰਗਾਊ ਜੇ ਹਾਲੇ ਵੀ ਸੰਗਾਊ ਹੀ ਨੇ, ਜਿਹੜੇ 10-10 ਘੰਟੇ ਮਤਲਬ ਕਿ ਖੇਤਾਂ 'ਚ ਕੰਮ ਵੀ ਕਰਦੇ, 4-5 ਘੰਟੇ ਪੜ੍ਹਦੇ ਵੀ ਨਹੀਂ, ਉਹ ਸੰਗਾਊ ਕਿਸਮ ਦੇ ਨੇ। ਉਹ ਦੇਖ ਲੈਂਦੇ ਇੰਟਰਨੈਟ ਦੇ ਉੱਤੇ, ਬਾਹਲੀ ਸਟੇਟਮੈਂਟ ਦੇ ਦਿੱਤੇ। ਲੇਕਿਨ ਜਿਹੜੇ 2-3 ਜਾਂ 4% ਨੇ ਉਹ ਵੋਕਲ ਬਹੁਤ ਨੇ, ਉਹਨਾਂ ਦੀ ਟੀਮਿੰਗ ਹੋਈ ਹੈ, ਉਹਨਾਂ ਨੇ ਟੀਮਸ ਬਣਾਈਆਂ ਹੋਈਆਂ, ਉਹਨਾਂ ਨੇ ਕਲਾਊਡ ਇਹੋ ਜਿਹਾ ਕ੍ਰੀਏਟ ਕਰਤਾ ਕਿ ਉਹ ਨਜ਼ਰ ਹੀ ਨਾ ਆਵੇ। ਤੇ ਮੇਰਾ ਨਾਟਕ ਉਸ ਸਵਾਲ ਨੂੰ ਐਡਰੈਸ ਹੋ ਰਿਹਾ ਹੈ ਕਿ ਜੇ ਅਸੀਂ ਸੱਚੀ ਮੁੱਚੀ ਇਹ ਮੰਨਦੇ ਹਾਂ ਪੰਜਾਬੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਚੇਲੇ ਹਾਂ, ਸ਼ਾਗਿਰਦ ਹੈ, ਗੁਰੂ ਨਾਨਕ ਨੂੰ ਮੰਨਣ ਵਾਲੇ ਹਾਂ, ਨਾਨਕ ਲੇਵਾ ਹੈ, ਤਾਂ ਫਿਰ ਸਾਨੂੰ ਐਡਰੈਸ ਕਰਨਾ ਪਊਗਾ ਕਿ ਜਿਹੜੀ ਸਾਡੀ ਜਵਾਨੀ ਹੈ ਉਹਨੂੰ ਹੌਲੀ ਹੌਲੀ ਬਾਬੇ ਨਾਨਕ ਤੋਂ ਦੂਰ ਕਿਉਂ ਕੀਤਾ ਜਾ ਰਿਹਾ। ਉਹਨੂੰ ਇਹ ਕਿਉਂ, ਉਹਦੇ ਮਨ ਦੇ ਵਿੱਚ ਇਹ ਕਿਉਂ ਗੱਲਾਂ ਪਾਈਆਂ ਜਾ ਰਹੀਆਂ ਕਿ ਨਹੀਂ ਭਾਈ ਹੁਣ ਬਾਬੇ ਨਾਨਕ ਦਾ ਜ਼ਮਾਨਾ ਨਹੀਂ ਰਿਹਾ, ਹੁਣ ਤੇ ਕੁਝ ਹੋਰ ਜ਼ਮਾਨਾ ਆ। ਇਹਨਾਂ ਗੱਲਾਂ ਨਾਲ ਅੱਜ ਗੱਲ ਨਹੀਂ ਬਣੀ। ਇਹ ਕਿਉਂ ਪਾ ਦਿੱਤੀ? ਕੀ ਸਾਡੇ ਤੋਂ ਗਲਤੀ ਹੋਈ ਕਿ ਅਸੀਂ ਬਾਬਾ ਨਾਨਕ ਕਿਸੇ ਹੋਰ ਨੂੰ ਹੀ ਸੌਂਪ ਰੱਖਿਆ ਹੋਇਆ? ਕਈਆਂ ਨੂੰ ਬੜਾ ਇਤਰਾਜ਼ ਹੁੰਦਾ ਮੇਰੇ ਤੇ, ਕਹਿੰਦੇ ਤੂੰ ਆਪਣੇ ਨਾਟਕ ਵਿੱਚ ਬਹੁਤ ਬਾਬਾ 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 ਕਰਦਾ। ਕਈਆਂ ਨੂੰ ਦੂਜਾ ਇਤਰਾਜ਼ ਵੀ ਹੁੰਦਾ ਕਿ ਤੂੰ ਬਾਬੇ ਤੇ ਅਟੈਕ ਕਰਦਾ, ਬਾਬੇ ਦੇ ਨਾਮ ਤੇ ਆਹ ਗੱਲ ਕਰਦਾ। ਮੈਂ ਬਹੁਤ ਸਪਸ਼ਟ ਹਾਂ ਇਸ ਮਾਮਲੇ ਦੇ ਵਿੱਚ ਕਿ ਬਾਬੇ ਨੂੰ ਮੁੜ ਕੇ ਘਰੇ ਲਿਆਉਣ ਦੀ ਲੋੜ ਹੈ। ਬਾਬੇ ਨਾਨਕ ਨੂੰ ਘਰੇ ਲਿਆਉਣ ਦੀ ਲੋੜ ਹੈ। ਬਾਬੇ ਨਾਨਕ ਨੂੰ, ਬਾਬਾ ਨਾਨਕ ਖੋਲਿਆ ਗਿਆ ਸਾਡੇ ਤੋਂ। ਬਾਬਾ ਨਾਨਕ ਜਿੱਥੇ ਉਹ ਬਿਠਾ ਰਹੇ ਨੇ ਉੱਥੇ ਬੈਠਣ ਵਾਲੀ ਜਗ੍ਹਾ ਬਾਬੇ ਨਾਨਕ ਦੀ ਨਹੀਂ ਹੈ। ਬਾਬੇ ਨਾਨਕ ਨੂੰ ਘਰੇ ਲਿਆਈਏ, ਬਾਬਾ ਨਾਨਕ ਨੂੰ ਪੜ੍ਹੀਏ ਤਾਂ ਸਹੀ ਜਰਾ। ਬਾਬਾ ਕੀ ਕੁਛ ਨਹੀਂ ਲਿਖਦਾ। ਬਾਬਾ ਜਦੋਂ ਲਿਖਦਾ ਤੇ ਬਾਬਾ ਗੁਸਤਾਖ ਵੀ ਹੁੰਦਾ ਹੈ। ਬਾਬਾ ਸਿੱਧਾ ਬਲੰਟ ਹੋ ਕੇ ਪੈਂਦਾ ਵੀ ਹੈ, ਮੁਰਦਾਰ ਵੀ ਕਹਿ ਦਿੰਦਾ, ਤੇ ਬਾਬਾ ਸਹਿਜਤਾ ਦੀ ਗੱਲ ਵੀ ਕਰਦਾ। ਬਾਬਾ ਜ਼ਿੰਦਗੀ ਦੀਆਂ ਸੂਖਮ ਗੱਲਾਂ ਵੀ ਕਰਦਾ ਹੈ। ਔਰ ਬਾਬੇ ਨੇ ਸਾਰੀ ਜ਼ਿੰਦਗੀ ਜੋ ਕੁਛ ਕੀਤਾ, ਸੱਚ ਬੋਲਿਆ, ਹਿੰਮਤ ਨਾਲ ਬੋਲਿਆ। ਪਰ ਤੀਸਰੀ ਗੱਲ ਆਪਾਂ ਨੋਟ ਨਹੀਂ ਕਰਦੇ। ਸੱਚ ਬੋਲਿਆ, ਹਿੰਮਤ ਨਾਲ ਬੋਲਿਆ, ਪਰ ਤੀਸਰੀ ਗੱਲ ਬਾਬੇ ਦੀ ਸਮਝਣ ਵਾਲੀ ਹੈ ਕਿ ਬਾਬੇ ਨੇ ਇੱਕ ਵੀ ਗੱਲ ਬੇਸੁਰੇ ਰਾਗ 'ਚ ਨਹੀਂ ਕੀਤੀ। ਬਾਬੇ ਨੇ ਕਲਾਤਮਕ ਤਰੀਕੇ ਨਾਲ ਕਿਹਾ ਸਭ ਕੁਝ, ਜੋ ਕੁਝ ਕਿਹਾ। ਇਹੀ ਗੱਲ ਹੈ ਸਾਨੂੰ ਸਮਝਣ ਵਾਲੀ। ਸਾਹਿਤਕਾਰਾਂ ਨੂੰ, ਕਲਾਕਾਰਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ। ਕਲਾਤਮਕ ਤਰੀਕੇ ਨਾਲ ਕਿਹਾ ਬਾਬੇ ਨੇ। ਦੈਟਸ ਵਾਈ ਅਸੀਂ ਕਹਿੰਦੇ ਕਿ ਬਾਬੇ ਦੀ ਸੁਣ ਲੈਂਦੇ ਸੀ ਸਾਰੇ। ਸੁਣਦੇ ਇਸ ਕਰਕੇ। ਸੱਚ ਤਾਂ ਹੋਰ ਵੀ ਦੁਨੀਆ ਬੋਲਦੀ ਹੈ, ਡੇਅਰ ਤਾਂ ਹੋਰ ਲੋਕਾਂ ਕੋਲ ਵੀ ਹੈਗਾ ਯਾਰ, ਪਰ ਬਾਬਾ ਕਿਉਂ ਕਨਵਿੰਸ ਕਰ ਦਿੰਦਾ ਸੀ ਬਾਬਾ? ਇਸ ਕਰਕੇ ਸਾਨੂੰ ਇਹ ਚੀਜ਼ਾਂ ਸਮਝਣ ਦੀ ਲੋੜ ਹੈ। ਸਾਨੂੰ ਇਹ ਚੀਜ਼ਾਂ ਸਮਝਣ ਦੀ ਲੋੜ ਹੈ ਕਿ ਸਾਨੂੰ ਬਿਨਾਂ ਮਤਲਬ ਤੋਂ ਵੰਡੀ ਪਾਉਂਦੇ ਆ ਵੀ ਜੇ ਤੂੰ ਗੁਰੂ ਨਾਨਕ ਦੀ ਗੱਲ ਕਰਨੀ ਹੈ ਤਾਂ ਭਾਈ ਰਵਿਦਾਸ ਮਹਾਰਾਜ ਦੀ ਗੱਲ ਨਹੀਂ ਕਰਨੀ। ਜੇ ਤੂੰ ਰਵਿਦਾਸ ਮਹਾਰਾਜ ਦਾ ਨਾਮ ਲੈਣਾ ਫਿਰ ਬਾਬਾ ਨਾਨਕ ਤੇਰਾ ਕੁਝ ਨਹੀਂ ਲੱਗਦਾ। ਇਹ ਕਦੋਂ ਹੋਇਆ? ਕਿਹੜੇ ਵੇਲੇ ਇਹ ਕਦੋਂ ਵਾਪਰ ਗਿਆ? ਉਹ ਤਾਂ ਐਕਸਟੈਂਸ਼ਨ ਨੇ ਸਾਰੇ ਇੱਕ ਦੂਜੇ ਦੀ। ਸਾਰੇ ਇੱਕ ਦੂਜੇ ਦੀ ਐਕਸਟੈਂਸ਼ਨ ਨੇ, ਇੱਕੋ ਹੀ ਮਕਸਦ ਲੈ ਕੇ ਤੁਰੇ ਹੋਏ ਹੈ। ਉਹ ਰਵਿਦਾਸ ਮਹਾਰਾਜ ਬੇਗਮਪੁਰਾ ਦੀ ਗੱਲ ਕਰ ਗਏ ਤੇ ਬਾਬਾ ਨਾਨਕ ਵੀ ਤਾਂ ਬੇਗਮਪੁਰਾ ਹੀ ਵਸਾਉਣਾ ਚਾਹੁੰਦੇ ਸੀ। ਗੁਰੂ ਗੋਬਿੰਦ ਸਿੰਘ ਤੱਕ ਬੇਗਮਪੁਰਾ ਹੀ ਵਸਾਉਣ ਦੀ ਲੜਾਈ ਸੀ। ਤੇ ਉਹ ਬੇਗਮਪੁਰਾ ਬਣਾਉਣ ਦੀ ਤਾਂ ਸਾਡੀ ਲੜਾਈ ਹੈ ਕਿ ਬੇਗਮਪੁਰਾ ਬਣਾਉਣਾ ਹੈ। ਉਹ ਬੇਗਮਪੁਰਾ ਹੈ, ਉਹ ਬਣਾਉਣਾ ਹੈ। ਸੋ ਬਣਾਉਣ ਦਾ ਸੰਘਰਸ਼ ਹੈ। ਆਪਾਂ ਸਾਰੇ ਉਸ ਸੰਘਰਸ਼ ਵਿੱਚ ਸ਼ਾਮਲ ਹੈ। ਮੈਨੂੰ ਪਤਾ ਨਹੀਂ ਤੁਸੀਂ ਕੀ ਲਿਖ ਕੇ ਗਏ ਹੋ। ਨਹੀਂ ਐਨਕ ਮੈਂ ਪੜ੍ਹ ਲਿਆ ਪਏ ਸੀ ਪਹਿਲਾਂ। ਅੱਛਾ ਮੈਂ ਪਹਿਲਾਂ ਮੈਨੂੰ ਇੱਦਾਂ ਲੱਗਾ ਵੀ ਤੁਸੀਂ ਕਹਿੰਦੇ ਜ਼ਿਕਰ ਨਾ ਕਰ ਦਿਓ, ਬਾਅਦ 'ਚ ਲੱਗਾ ਨਹੀਂ ਕਿ ਜ਼ਿਕਰ ਕਰ ਦਿਓ। ਜਜ਼ਬਾਤ ਇੱਦਾਂ ਕਰ ਬੰਦੇ ਕਈ ਵਾਰੀ। ਹਾਂ, ਮੇਰੀ ਬੀਬੀ ਵੀ ਕਹਿੰਦੀ ਹੁੰਦੀ ਕਿ ਤੇਰਾ ਮੂੰਹ ਬਹੁਤ ਸੋਹਣਾ ਹਾਂ, ਮੈਂ ਗੱਲ ਨੂੰ ਉੱਦਾਂ ਵੀ ਖਤਮ ਕਰਨ ਲੱਗਾ ਸੀ। ਮੈਂ ਚਾਹੁੰਦਾ ਤਾਂ ਇਹ ਸੀ ਕਿ ਜੇ ਰੂਬਰੂ ਤੇ ਸੱਚੀ ਮੁੱਚੀ ਰੂਬਰੂ, ਧੰਨ ਤਾਂ ਉਦੋਂ ਹੁੰਦਾ ਜਦੋਂ ਰੂਬਰੂ ਇੱਦਾਂ ਹੋ ਜਾਏ ਕਿ ਕੋਈ ਗੱਲ ਕੋਈ ਕਰਨੀ ਚਾਹੁੰਦਾ ਹੋਵੇ, ਕੋਈ ਕਰੇ, ਕੋਈ ਪੁੱਛੇ, ਫਿਰ ਆਪਾਂ ਉਹਨੂੰ ਗੱਲ ਨੂੰ ਕਰੀਏ। ਸੋ ਜੇ ਪ੍ਰਬੰਧਕਾਂ ਕੋਲ ਸਮਾਂ ਹੈਗਾ ਤੇ ਆਪਾਂ ਅਗਲਾ ਸੈਸ਼ਨ ਉਹਦਾ ਇੱਦਾਂ ਕਰ ਸਕਦੇ ਹਾਂ। ਫਿਲਹਾਲ ਇਹੀ ਹੈ ਗੱਲ, ਕਿਉਂਕਿ ਗੱਲਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਗੱਲਾਂ ਬਹੁਤ ਨੇ। ਸਫ਼ਰ ਬਹੁਤਾ ਲੰਬਾ ਨਹੀਂ, ਪਰ 34-35 ਸਾਲ ਦਾ ਸਫ਼ਰ ਹੈਗਾ ਆ। ਬੜਾ ਕੁਝ ਦੇਖਿਆ, ਬੜਾ ਕੁਝ ਸਮਝਿਆ, ਬੜੇ ਅਦੀਬ ਦੋਸਤਾਂ ਨਾਲ ਸੰਗਤਾਂ ਹੋਈਆਂ, ਬੜਾ ਕੁਝ ਗ੍ਰਹਿਣ ਕੀਤਾ। ਮੈਂ ਗਲਤ ਤੋਂ ਗਲਤ ਜਗ੍ਹਾ 'ਤੇ ਜਾ ਕੇ ਵੀ ਬਹੁਤ ਕੁਝ ਹਾਸਲ ਕਰਕੇ ਲੈ ਕੇ ਆਉਣਾ, ਖਾਲੀ ਨਹੀਂ ਮੁੜਦਾ ਕਦੇ ਵੀ।
ਤੇ ਬਹੁਤ ਵਧੀਆ ਜਗ੍ਹਾ ਤੋਂ ਵੀ ਕਈ ਵਾਰੀ ਮੈਂ ਉੱਥੇ ਹੀ ਸੁੱਟ ਆਉਣਾ ਸਾਰਾ ਕੁਝ। ਤੇ ਜੇ ਮੈਨੂੰ ਨਹੀਂ ਕੁਝ ਅੱਜ ਦਾ ਲੱਭਦਾ, ਪਹਿਲੇ ਮੈਂ ਲੱਭਣ ਦੀ ਕੋਸ਼ਿਸ਼ 'ਚ ਰਹਿਣਾ, ਹਮੇਸ਼ਾ ਲੱਭਣ ਦੀ ਕੋਸ਼ਿਸ਼ 'ਚ ਰਹਿਣਾ। ਮੈਨੂੰ ਕਿਸੇ ਦੋਸਤ ਨੇ, ਹਰਪ੍ਰੀਤ ਸਿੰਘ ਜੀ ਪਿੱਛੇ ਬੈਠੇ, ਇਹਨਾਂ ਮੈਨੂੰ ਇੰਟਰਵਿਊ 'ਚ ਪੁੱਛਿਆ ਲਾਈਕਸ ਤੇ ਡਿਸਲਾਈਕਸ ਬਾਰੇ ਦੱਸੋ। ਮੈਂ ਲਾਈਕਸ ਬਾਰੇ ਦੱਸ ਸਕਿਆ, ਡਿਸਲਾਈਕਸ ਬਾਰੇ ਮੈਂ ਦੱਸ ਹੀ ਨਹੀਂ ਸਕਿਆ, ਕਿਉਂਕਿ ਡਿਸਲਾਈਕ ਕਰਨਾ ਮੈਨੂੰ ਆਉਂਦਾ ਨਹੀਂ। ਤਾਂ ਇਸ ਕਰਕੇ ਦੋਸਤੋ, ਇੱਕ ਤਾਂ ਪਹਿਲਾਂ ਮੈਂ ਭੁੱਲ ਨਾ ਜਾਵਾਂ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਜਿਵੇਂ ਕਹਿੰਦੇ ਨਾ ਕੈਨੇਡਾ ਦੂਜਾ ਪੰਜਾਬ ਹੈ। ਤੁਸੀਂ ਇਹਨਾਂ 2 ਸਾਲਾਂ 'ਚ ਮੈਨੂੰ ਇੰਨਾ ਪਿਆਰ ਦਿੱਤਾ ਕਿ ਸੱਚੀ ਮੁੱਚੀ ਕੈਨੇਡਾ ਨੂੰ ਮੇਰਾ ਦੂਜਾ ਘਰ ਬਣਾ ਦਿੱਤਾ ਹੈ ਨਾ। ਇੰਨਾ ਜ਼ਿਆਦਾ ਪਿਆਰ ਮੀਡੀਆ ਨੇ, ਇੰਨਾ ਜ਼ਿਆਦਾ ਪਿਆਰ ਦਿੱਤਾ ਪਿਛਲੇ ਦਿਨਾਂ ਤੋਂ ਲਗਾਤਾਰ ਮੀਡੀਆ ਵੀ, ਔਰ ਤੁਸੀਂ ਸਾਰੇ ਹੀ ਬਾਰ-ਬਾਰ ਮੈਸੇਜ ਆਉਂਦੇ ਨੇ, ਫੋਨ ਆਉਂਦੇ ਨੇ, ਚੰਗਾ ਲੱਗਦਾ। ਮੈਂ ਡਿਸਓਨੈਸਟ ਨਹੀਂ ਹਾਂ, ਮੈਂ ਇਹ ਗੱਲ ਕਹਿ ਕੇ ਕਿ ਨਹੀਂ ਕੋਈ ਫਰਕ ਨਹੀਂ ਪੈਂਦਾ, ਕੋਈ ਮੈਨੂੰ ਪੈਂਦਾ ਫਰਕ। ਤੁਸੀਂ ਇੱਦਾਂ ਦੀ ਸ਼ਾਬਾਸ਼ ਦਿੰਦੇ ਰਿਹਾ ਕਰੋ, ਹੋਰ ਵੀ ਦੇ ਸਕਦੇ ਹੋ, ਮੈਂ ਕਦੇ ਮਨਾ ਨਹੀਂ ਕਰੂੰਗਾ। ਤਾਰੀਫ ਕਰਦੇ ਆ ਕਰ ਲਿਆ ਕਰੋ, ਫਿਰ ਵੀ ਕਰ ਲਿਆ ਕਰੋ। ਮੈਂ ਡਿਸਓਨੈਸਟ ਨਹੀਂ ਹਾਂ, ਮੈਂ ਨਿਮਰਤਾ ਜੀ ਦਿਖਾਈ ਜਿਵੇਂ ਨਾ 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 ਹੈ ਨਾ, ਹੁਣ ਨਹੀਂ, ਹੁਣ ਤਾਂ ਬਹੁਤ 34-35 ਸਾਲ ਹੋ ਗਏ। ਨਹੀਂ, ਮੇਰੇ 'ਚ ਅੱਜ ਵੀ ਤਾਰੀਫ ਸੁਣਨ ਦਾ ਉਨਾ ਹੀ ਚਾਅ ਹੈ। ਸੋ ਜੇ ਦਿਲ ਕਰਦਾ ਹੁੰਦਾ ਫੋਨ ਕਰਕੇ ਕਰ ਦਿਆ ਕਰੋ ਤੁਸੀਂ। ਹਾਂ, ਕਈ ਲੋਕੀ ਕਹਿੰਦੇ, ਕਈ ਲੋਕੀ ਕੋਈ ਕੰਮ 5 ਸਾਲ ਵੀ ਕਰ ਲੈਣ, 5 ਸਾਲ ਬਾਅਦ ਹੀ ਕਹਿਣ ਲੱਗ ਪੈਂਦੇ ਹੁਣ ਨਹੀਂ ਫਰਕ ਪੈਂਦਾ ਜੀ। ਮੈਂ ਉਹਨੂੰ ਕਹਿੰਦਾ ਤੁਹਾਡੀ ਚਮੜੀ ਮੋਟੀ ਹੋ ਗਈ, ਹੋ ਫਰਕ ਕਿਉਂ ਨਹੀਂ ਪੈਂਦਾ? ਫਰਕ ਤਾਂ ਪੈਣਾ ਚਾਹੀਦਾ। ਮੇਰੇ ਅੰਦਰ ਅੱਜ ਵੀ ਉਹ ਬੱਚਾ ਕਾਇਮ ਹੈ ਜਿਹੜਾ 23 ਜੁਲਾਈ ਦੇ ਸ਼ਾਮ ਦੇ 4 ਵਜੇ ਦੀ ਉਡੀਕ ਕਰ ਰਿਹਾ ਕਿ 23 ਜੁਲਾਈ ਨੂੰ ਸ਼ਾਮ ਨੂੰ 4 ਵਜੇ ਨਾਰਥ ਅਲਬਰਟਾ ਸੈਕੰਡਰੀ ਸਕੂਲ ਦੇ ਵਿੱਚ ਮੈਂ ਲੱਛੂ ਕਬਾੜੀਆ ਨਾਟਕ ਕਰਨਾ। ਮੇਰੇ ਅੰਦਰਲਾ ਬੱਚਾ ਉਨਾ ਹੀ ਉਤਸ਼ਾਹਿਤ ਹੈ ਜਿੰਨਾ ਬੱਚਾ 1989 ਦੇ ਵਿੱਚ ਪਹਿਲੇ ਨਾਟਕ ਵੇਲੇ ਉਤਸ਼ਾਹਿਤ ਸੀ। ਸੋ ਇਹ ਮੈਂ ਉਹਦਾ ਦੇਣੀ ਇਨਫੋਰਮੇਸ਼ਨ ਸੀ, ਪਰ ਮੈਂ ਗੱਲ ਕਿਸੇ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਹੁਣ ਮੈਂ ਪ੍ਰੋਪਰ ਇਨਫੋਰਮੇਸ਼ਨ ਦਿੰਦਾ ਡਰਾਈ ਅੰਦਾਜ਼ 'ਚ ਕਿ 2 ਇਨਫੋਰਮੇਸ਼ਨ ਦੇਣੀ ਹੈ। ਇੱਕ ਤਾਂ ਜਿਹੜੀ ਮੈਨੂੰ ਚਾਂਦ ਸਾਹਿਬ ਕਹਿ ਕੇ ਗਏ ਉਹ ਦੇਣੀ ਹੈ, ਲੇਕਿਨ ਉਸ ਤੋਂ ਪਹਿਲਾਂ 23 ਜੁਲਾਈ ਨੂੰ ਦੋਸਤੋ, ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ 23 ਜੁਲਾਈ ਨੂੰ ਸ਼ਾਮੀ 4 ਵਜੇ ਨਾਰਥ ਅਲਬਰਟਾ ਸੈਕੰਡਰੀ ਸਕੂਲ ਦੇ ਵਿੱਚ, ਮੈਨੂੰ ਹਾਲੇ ਤੱਕ ਕੈਨੇਡਾ 'ਚ ਉਹ ਸਟਰੀਟਾਂ ਐਵਨਿਊ ਵਾਲੀ ਗੱਲ ਸਮਝ ਨਹੀਂ ਆਈ, ਉਹ ਮੈਂ ਤੁਹਾਨੂੰ ਨਹੀਂ ਦੱਸੀ ਜਾਣੀ। ਨਾਰਥ ਅਲਬਰਟਾ ਸੈਕੰਡਰੀ ਸਕੂਲ ਦੇ ਵਿੱਚ ਸ਼ਾਮੀ 4 ਵਜੇ ਦਰਵਾਜ਼ੇ ਖੁੱਲ੍ਹਣੇ ਆ। ਤੁਸੀਂ 3:45 ਵਜੇ ਉੱਥੇ ਪਹੁੰਚ ਜਾਓ। ਜਿਨ੍ਹਾਂ ਨੇ ਪਾਸ ਲਾਏ ਹੋਏ ਆ ਉਹ ਆਪਣੇ ਪਾਸ ਸੰਭਾਲ ਕੇ ਕੋਲ ਲੈ ਜਾਓ, ਜਿਨ੍ਹਾਂ ਨੇ ਪਾਸ ਨਹੀਂ ਲਏ ਉਹ ਪਾਸ ਲੈ ਲਓ। ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦੇ ਜਿਹੜੇ ਜਨਰਲ ਸਕੱਤਰ ਜੈ ਵਿਰਦੀ, ਉਹ ਅੱਜ ਇਸ ਸਮਾਗਮ ਵਿੱਚ ਹਾਜ਼ਰ ਨੇ, ਪਿੱਛੇ ਬੈਠੇ ਨੇ। ਪਾਸਿਸ ਉਹਨਾਂ ਕੋਲ ਹੈਗੇ ਆ, ਜਿਹਨਾਂ ਨੂੰ ਚਾਹੀਦੇ ਉਹ ਲੈ ਸਕਦੇ ਆ। ਨਵਜੋਤ ਢਿੱਲੋਂ ਹੋਣਾ ਕੋਲ ਬਹੁਤ ਸਾਰੇ ਪਾਸ ਨੇ, ਇਹਨਾਂ ਨਾਲ ਸੰਪਰਕ, ਹੋਰ ਵੀ ਇੱਕ ਦੂਜੇ ਨਾਲ ਸਾਰਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ। ਜ਼ਰੂਰ ਆਓ, ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦਾ ਅਨੁਭਵ ਮਿਲੇਗਾ। ਅਤੇ ਦੂਸਰੀ ਗੱਲ, ਹੁਣ ਜਿਹੜੀ ਮੈਨੂੰ ਆ ਪਰਚੀ ਮਿਲੀ ਹੈ, ਅਤੇ ਆਮ ਤੌਰ 'ਤੇ ਪਰਚੀ ਇੱਥੇ ਖੜਿਆਂ ਨੂੰ ਪਿੱਛੋਂ ਇਹ ਮਿਲਦੀ ਹੁੰਦੀ ਬੱਸ ਕਰ ਭਾਈ, ਇਹ ਉਹ ਨਹੀਂ ਹੈ ਪਰਚੀ। ਪਰ ਹੁਣ ਇਹ ਨਾ ਸੋਚੋ ਮੈਂ 10 ਮਿੰਟ ਹੋਰ ਬੋਲੂੰਗਾ, ਨਹੀਂ ਬਸ ਹੈ। ਇਹ ਪਰਚੀ ਇਹ ਹੈਗੀ ਹੈ ਕਿ 8-9 ਅਕਤੂਬਰ ਨੂੰ ਸੁਖੀ ਬਾਠ ਹੋਰਾਂ ਵੱਲੋਂ ਜਿੱਦਾਂ ਹਰ ਸਾਲ ਕਾਨਫਰੰਸ ਹੁੰਦੀ ਹੈ, ਵਰਲਡ ਕਾਨਫਰੰਸ ਹੁੰਦੀ ਹੈ ਲਿਟਰੇਚਰ ਅਤੇ ਆਰਟ ਨੂੰ ਲੈ ਕੇ, ਜਿਹਦੇ 'ਚ ਪਿਛਲੇ ਸਾਲ ਵੀ ਮੈਂ ਸ਼ਿਰਕਤ ਕੀਤੀ ਸੀ ਔਰ ਬੜਾ ਮਾਣ ਮਹਿਸੂਸ ਹੋਇਆ ਸੀ। ਉਹ ਇੱਕ ਵਾਰੀ ਫਿਰ 8-9 ਅਕਤੂਬਰ ਨੂੰ ਹੋ ਰਹੀ ਹੈ, ਔਰ ਇਸ ਵਾਰੀ ਮੈਨੂੰ ਪਤਾ ਲੱਗਾ ਕਿ ਉਹਦਾ ਵੈਨਿਊ ਸ਼ਾਇਦ ਕੁਝ ਹੋਰ ਹੋਏਗਾ। ਕੁਝ ਪਿਛਲੀ ਵਾਰੀ ਇਹਨਾਂ ਦੇ ਸੀਗੀ ਗ੍ਰਹਿ ਵਿਖੇ ਸੀਗੀ। ਸੋ ਉਹਦੇ ਵਿੱਚ 8-9 ਅਕਤੂਬਰ ਦੇ ਵਿੱਚ ਜਿਹੜਾ ਕਾਨਫਰੰਸ ਹੋਣੀ ਹੈ, ਉਹਦੇ ਵਿੱਚ ਮੈਂ ਸ਼ਾਮਿਲ ਹੋਵਾਂਗਾ। ਮੈਂ ਜਾਵਾਂਗਾ, ਜਾ ਕੇ ਫਿਰ ਆਵਾਂਗਾ, ਔਰ ਉਹਦੇ ਵਿੱਚ ਮੈਂ ਆਪਣਾ ਨਾਟਕ ਪੇਸ਼ ਕਰਾਂਗਾ। ਉਹਦਾ ਨਾਂ ਇੱਦਾਂ ਹੈ ਨਾ, ਹੁਣ ਗੱਲ ਇਹ ਵੀ ਕੁੰਡੀ ਹੈ ਅਸਲ ਦੇ ਵਿੱਚ। ਮੇਰੀ 2 ਤਰ੍ਹਾਂ ਦੀ ਇੱਛਾ ਹੈ। ਇੱਕ ਤਾਂ ਮੇਰੀ ਇੱਛਾ ਕਿ ਮੈਂ ਨਵਾਂ ਨਾਟਕ ਜਿਹੜਾ ਲਿਖ ਰਿਹਾ ਅਤੇ ਤਿਆਰ ਕਰ ਰਿਹਾ, ਹੋ ਸਕਦਾ ਮੈਂ ਉਹ ਕਰ ਦੇਵਾਂ, ਪਰ ਮੈਂ ਪੂਰੀ 100% ਨਹੀਂ, ਮਤਲਬ ਕਿ ਕਮਿਟ ਨਹੀਂ ਕਰਦਾ ਇਸ ਚੀਜ਼ ਨੂੰ। ਨਾਟਕ ਜ਼ਰੂਰ ਕਰਾਂਗਾ। ਮੈਨੂੰ ਇੱਦਾਂ ਮੈਂ ਚਾਂਦ ਸਾਹਿਬ ਤੋਂ ਪੁੱਛ ਲਿਆ ਸੀ, ਕਹਿੰਦੇ ਵੀ ਸਾਡੇ ਡੈਲੀਗੇਟਸ ਬਹੁਤ ਇੱਧਰੋਂ ਉੱਧਰੋਂ ਆਉਂਦੇ ਆ, ਵੀ ਦੂਜੇ ਸ਼ਹਿਰਾਂ 'ਚੋਂ ਵੀ ਆਉਂਦੇ ਆ, ਦੂਜੇ ਮੁਲਕਾਂ ਤੋਂ ਵੀ ਆਉਂਦੇ ਆ। ਇਸ ਕਰਕੇ ਜੇ ਲੱਛੂ ਕਬਾੜੀਆ ਨੂੰ ਵੀ ਰਿਪੀਟ ਕਰਾਂਗੇ ਤਾਂ ਵੀ ਸ਼ਾਇਦ ਉਹ ਬੈਟਰ ਹੀ ਰਹੇਗਾ। ਕੁਛ ਲੋਕੀ ਦੁਬਾਰਾ ਦੇਖ ਕੇ ਫਿਰ ਉਹਨੂੰ ਬਿਹਤਰ ਸਮਝ ਜਾਣਗੇ। ਫਿਰ 2 ਦਿਨ ਲਗਾਤਾਰ ਕਰਨਾ ਪੈਣਾ। ਲਓ ਫਿਰ ਹੁਣ ਮੇਰੀ ਪਸੰਦ ਦਾ ਐਲਾਨ। 8 ਅਕਤੂਬਰ ਨੂੰ ਮੈਂ ਲੱਛੂ ਕਬਾੜੀਆ ਕਰੂੰਗਾ, 9 ਅਕਤੂਬਰ ਨੂੰ ਮੈਂ ਨਾਟਕ ਕਰੂੰਗਾ ਸੰਦੂਕੜੀ ਖੋਰ ਨਰੈਣਿਆ। ਖੁਸ਼? ਬਸ ਠੀਕ ਹੈ। ਮੈਂ ਅੱਜ ਆਪ ਬਹੁਤ ਖੁਸ਼ ਹਾਂ, ਇਸ ਕਰਕੇ ਮੈਂ ਖੁਸ਼ੀ ਦੇ ਸਕਦਾ ਸਾਰਿਆਂ ਨੂੰ। ਸੋ ਮੈਂ ਧੰਨਵਾਦੀ ਹਾਂ ਸੁਖੀ ਬਾਠ ਹੋਰਾਂ ਦਾ ਕਿ ਇਹਨਾਂ ਨੇ ਬਹੁਤ ਅੱਛਾ ਪੰਜਾਬ ਭਵਨ ਬਣਾਇਆ ਕੈਨੇਡਾ ਦੇ ਵਿੱਚ, ਔਰ ਲਿਟਰੇਚਰ ਨਾਲ ਜੁੜੀਆਂ, ਆਰਟ ਨਾਲ ਜੁੜੀਆਂ ਸਰਗਰਮੀਆਂ ਇੱਥੇ ਕਰਦੇ ਰਹਿੰਦੇ ਨੇ। ਅਸੀਂ ਜਦੋਂ ਉੱਧਰੋਂ ਆਉਂਦੇ ਹਾਂ ਸਾਨੂੰ ਤੁਹਾਡੇ ਕਿਤੇ ਰੂਬਰੂ ਹੋਣ ਦਾ ਮੌਕਾ ਮਿਲ ਜਾਂਦਾ। ਕਵਿੰਦਰ ਚਾਂਦ ਹੋਰਾਂ ਦਾ, ਧਾਮੀ ਸਾਹਿਬ ਦਾ, ਸਾਰੇ ਦੋਸਤ ਜਿਹੜੇ ਸਾਹਿਤਕ ਗਤੀਵਿਧੀਆਂ ਜਿਹੜੀਆਂ ਪੰਜਾਬ ਭਵਨ ਦੀਆਂ ਉਹਨਾਂ ਨੂੰ ਦੇਖਦੇ ਨੇ ਅਤੇ ਸਾਹਿਤਕਾਰਾਂ ਨਾਲ ਮੇਲ ਜੋਲ ਬਣਾਉਂਦੇ ਨੇ, ਉਹਨਾਂ ਦਾ ਮੈਂ ਧੰਨਵਾਦੀ ਹਾਂ। ਮੈਨੂੰ ਇਸ ਬੜਾ ਚੰਗਾ ਲੱਗ ਰਿਹਾ ਕਿ ਬਲਵਿੰਦਰ ਸੰਧੂ ਹੋਰੀ ਆਏ ਹੋਏ ਨੇ ਅਤੇ ਇਸ ਬਹਾਨੇ ਉਹਨਾਂ ਨਾਲ ਮੇਰਾ ਮੇਲ ਮਿਲਾਪ ਹੋ ਗਿਆ।
ਤਰਲੋਚਨ ਸਿੰਘ ਹੁਣੀ ਚੰਡੀਗੜ੍ਹ ਤੋਂ ਆਏ ਹੋਏ ਨੇ, ਇਹ ਮੈਨੂੰ ਪਰਸੋਂ ਫੋਨ ਕਰਕੇ ਕਹਿੰਦੇ ਤੂੰ ਉੱਥੇ ਤਾਂ ਹੱਥ ਨਹੀਂ ਆਇਆ, ਇੱਥੇ ਹੁਣ ਤੇਰੀ ਇੰਟਰਵਿਊ ਕਰਨੀ ਆ, ਹੁਣ ਤਾਂ ਹੱਥ ਆ ਜਾਏਗਾ। ਸੋ ਮੈਨੂੰ ਫੜ ਕੇ ਬੀਅਰ ਕ੍ਰਿਕ ਪਾਰਕ 'ਚ ਲੈ ਗਏ, ਉੱਥੇ ਇੰਟਰਵਿਊ ਕੀਤੀ। ਹੋਰ ਵੀ ਇੱਦਾਂ ਬਹੁਤ ਦੋਸਤ ਨੇ, ਬਰਾੜ ਸਾਹਿਬ ਬੈਠੇ ਨੇ ਸਾਹਮਣੇ, ਸੁਰਜੀਤ ਬਰਾੜ ਹੋਣੀ, ਇਹਨਾਂ ਨੂੰ ਵੀ ਮੈਂ ਪੰਜਾਬ 'ਚ ਮਿਲਿਆ, ਕਈ ਸਾਲ ਹੋ ਗਏ ਸੀ ਤੇ ਹੁਣ ਇੱਥੇ ਮਿਲਿਆ। ਤੇ ਹੋਰ ਬਹੁਤ ਸਾਰੇ ਦੋਸਤ ਨੇ। ਨਾਮ ਮੈਂ ਜੇ ਲੈਣ ਲੱਗਾ ਫਿਰ ਮੈਂ ਕਿਸੇ ਇੱਕ ਦਿਨ ਤੋਂ ਨਾਰਾਜ਼ ਕਰ ਹੀ ਬੈਠਣਾ, ਇਸ ਕਰਕੇ ਮੈਂ ਹੋਰ ਨਾਮ ਨਹੀਂ ਲੈਂਦਾ। ਜਿਨ੍ਹਾਂ ਦੇ ਨਾਮ ਨਹੀਂ ਲਏ, ਤੁਸੀਂ ਸਾਰੇ ਮੇਰੇ ਦਿਲ 'ਚੋਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਗੱਲ ਤੁਹਾਡੇ ਜ਼ਿਹਨ 'ਚ ਫਸੀ ਹੋਈ ਹੋਵੇ, ਕੋਈ ਗੱਲ ਇਸ ਸਾਰੀ ਗੱਲਬਾਤ ਤੁਹਾਨੂੰ ਲੱਗੀ ਹੋਵੇ ਕਿ ਆਹ ਗੱਲ ਵੀ ਇਹਨੂੰ ਪੁੱਛਣੀ ਹੈ, ਤੁਸੀਂ ਪੁੱਛ ਸਕਦੇ ਹੋ, ਸਾਨੂੰ ਕੋਈ ਕਾਹਲੀ ਨਹੀਂ ਹੈ। ਡਾਕਟਰ ਸਾਹਿਬ ਵਰਕਸ਼ਾਪ ਦੀ ਅਨਾਉਂਸ ਕਰ ਜੀ ਹਾਂ, ਤੀਸਰੀ ਅਨਾਉਂਸਮੈਂਟ। ਹਾਂ, ਕੰਮ ਬਹੁਤ ਜ਼ਿਆਦਾ ਲੈ ਕੇ ਆਇਆ ਹੋਇਆ ਇਸ ਵਾਰੀ ਮੈਂ, ਇਸ ਕਰਕੇ ਕੁਝ ਚੀਜ਼ਾਂ ਭੁੱਲ ਜਾਂਦੀਆਂ। ਤੇ ਨਵਜੋਤ ਤੁਸੀਂ ਕਰਨ ਲੱਗੇ ਹੋ? ਜੇ ਤੁਸੀਂ ਉੱਠ ਕੇ ਖੜੇ ਹੋ ਗਏ, ਮੈਂ ਸੋਚਿਆ ਸ਼ਾਇਦ ਤੁਹਾਡੀ ਸੰਸਥਾ ਦਾ ਨਾਮ ਐਕਸੈਪਟ। ਸੋ ਪੰਜਾਬ ਭਵਨ ਦੇ ਸਹਿਯੋਗ ਦੇ ਨਾਲ, ਸੁਖੀ ਬਾਠ ਹੋਰੇ ਜਿਹੜੀ ਸੰਸਥਾ ਹੈ ਉਹਦੇ ਸਹਿਯੋਗ ਨਾਲ ਐਕਸੈਪਟ ਕੋਚਿੰਗ ਜਿਹੜੇ ਨਵਜੋਤ ਢਿੱਲੋਂ ਹੋਣੀ ਰਨ ਕਰਦੇ ਨੇ, ਉਹਦੇ ਵੱਲੋਂ ਇੱਕ ਵਰਕਸ਼ਾਪ ਹੋਣੀ ਹੈ 5 ਦਿਨ ਦੀ, ਇੱਥੇ ਹੋਣੀ ਹੈ ਇਸੇ ਵੈਨਿਊ ਦੇ ਵਿੱਚ। ਉਹ 23 ਜੁਲਾਈ ਨੂੰ ਜਦੋਂ ਸ਼ੋਅ ਹੋਣਾ ਉਸ ਤੋਂ ਅਗਲੇ ਦਿਨ ਸ਼ੁਰੂ ਹੋ ਜਾਏਗੀ, ਹਰ ਰੋਜ਼ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ। ਉਹਦੇ ਵਿੱਚ 2 ਚੀਜ਼ਾਂ ਅਸੀਂ ਉਸ ਵਰਕਸ਼ਾਪ ਦੇ ਵਿੱਚ ਰੱਖੀਆਂ, ਇੱਕ ਤੇ ਐਕਟਿੰਗ ਵਰਕਸ਼ਾਪ ਹੋਏਗੀ, ਇੱਕ ਪਲੇ ਰਾਈਟਿੰਗ ਵਰਕਸ਼ਾਪ ਹੋਏਗੀ, ਦੋਨੋਂ ਨਾਲ ਚੱਲਣਗੀਆਂ। ਤਾਂ ਕਿ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਸਾਡੇ ਬਹੁਤ ਸਾਰੇ ਦੋਸਤ ਨੇ ਜਿਹੜੇ ਨਾਟਕ ਲਿਖਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਕਿਤੇ ਐ ਨਹੀਂ ਸਮਝ ਆਉਂਦਾ ਵੀ ਅਸੀਂ ਰਸਤੇ ਕਿਹੜੇ ਤੁਰੀਏ, ਵੀ ਮੰਜ਼ਿਲ ਜੀ ਤਾਂ ਕਿਤੇ ਦੱਸਦੀ ਪਈ ਇਸ ਸਬਜੈਕਟ ਦੇ ਉੱਤੇ ਨਾਟਕ ਲਿਖਿਆ ਜਾ ਸਕਦਾ। ਸੋ ਉਹ ਕਿਤੇ 5 ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਥੋੜ੍ਹੀ ਜਿਹੀ ਉਂਗਲੀ ਫੜ ਕੇ ਤੁਹਾਨੂੰ ਉਸ ਪਾਸੇ ਨੂੰ ਤੋਰ ਸਕਾਂ, ਇੱਕ ਕੈਟਲਿਸਟ ਦਾ ਕੰਮ ਕਰ ਸਕਾਂ। ਲਿਖਣਾ ਹਰ ਇੱਕ ਨੇ ਆਪ ਹੁੰਦਾ, ਖੁਦ ਹੁੰਦਾ, ਉਹਦੇ ਬੇਸਿਕ ਜੇ ਸਾਨੂੰ ਸਮਝ ਆ ਜਾਣ ਕਿ ਨਾਟਕ ਹੁੰਦਾ ਕੀ ਹੈ, ਕਿਵੇਂ ਉਹਦਾ ਆਰੰਭ ਕੀਤਾ ਜਾਂਦਾ, ਕਿਵੇਂ ਉਹਦਾ ਸਰੀਰ ਬਣਾਇਆ ਜਾਂਦਾ ਤੇ ਕਿਵੇਂ ਫਿਰ ਉਹਦਾ ਅਖੀਰ ਦੇ ਵਿੱਚ ਅੰਤ ਕੀਤਾ ਜਾਂਦਾ, ਕਿਵੇਂ ਉਸ ਪੁਆਇੰਟ ਤੱਕ ਪਹੁੰਚਿਆ ਜਾਂਦਾ ਜਿੱਥੇ ਜਾ ਕੇ ਅਸੀਂ ਉਹ ਗੱਲ ਕਹਿਣੀ ਹੁੰਦੀ ਹੈ ਜਿਹੜੀ ਦਰਸ਼ਕਾਂ ਦੇ ਮਾਈਂਡ 'ਤੇ ਇੰਪ੍ਰਿੰਟ ਕਰਨੀ ਹੁੰਦੀ, ਜਿਹਨੂੰ ਉਹਨਾਂ ਨੂੰ ਲੈ ਕੇ ਜਾਣਾ। ਸੋ ਇਹ ਕੁਝ ਬੇਸਿਕਸ ਪਲੇ ਰਾਈਟਿੰਗ ਦੇ, ਤੇ ਐਕਟਿੰਗ ਦੇ ਵਿੱਚ ਵੀ ਬਹੁਤ ਸਾਰੀਆਂ ਐਕਟਿੰਗ ਦੇ ਵਰਕਸ਼ਾਪਸ ਹੁੰਦੀਆਂ। ਐਕਟਿੰਗ ਦੇ ਬੇਸਿਕਸ ਉਹੀ ਨੇ, ਉਹ ਸਾਰੇ ਬੇਸਿਕਸ ਸਿਖਾਏ ਜਾਣਗੇ, ਪਰ ਉਹਦੇ ਨਾਲ ਇੱਕ ਜਿਹੜੀ ਸਪੈਸ਼ਲਿਟੀ ਹੋਏਗੀ ਉਹ ਹੋਏਗੀ ਕਿ ਜਿਹੜੀ ਜਿਸ ਤਰ੍ਹਾਂ ਦੀ ਐਕਟਿੰਗ ਮੈਨੂੰ ਪਸੰਦ ਹੈ ਜਾਂ ਜਿਸ ਤਰ੍ਹਾਂ ਦੀ ਮੇਰੀ ਐਕਟਿੰਗ ਮੇਰੇ ਦਰਸ਼ਕਾਂ ਨੂੰ ਪਸੰਦ ਹੈ, ਜਿਹਦੇ ਕਰਕੇ ਉਹ ਕੋਈ ਵੱਖਰਾ ਅਨੁਭਵ ਲੈਂਦੇ ਆ, ਉਹ ਐਕਟਿੰਗ ਕਿਵੇਂ ਹੁੰਦੀ ਹੈ, ਉਹਦੀਆਂ ਕੁੰਡੀਆਂ ਕੁਛ ਮੈਂ ਉਸ 5 ਦਿਨਾਂ ਦੀ ਵਰਕਸ਼ਾਪ ਦੇ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ ਕਿ ਨੈਚੁਰਲ ਐਕਟਿੰਗ ਅਸਲ 'ਚ ਹੁੰਦੀ ਕੀ ਹੈ, ਕੀ ਰਾਜ਼ ਕੀ ਹੈ, ਕਿ ਤੁਸੀਂ ਬਿਲਕੁਲ ਨੈਚੁਰਲ ਐਕਟਿੰਗ ਕਰੇ, ਜਿਹੜੀ ਤੁਹਾਨੂੰ ਰਿਲੇਟੇਬਲ ਲੱਗੇ, ਸਮਝ ਆਵੇ, ਆਪਣੇ ਵਰਗਾ ਲੱਗੇ ਕਿਰਦਾਰ। ਇਹ ਨਾ ਲੱਗੇ ਵੀ ਯਾਰ ਇਹ ਐਕਟਰ ਬਹੁਤ ਜ਼ੋਰ ਲਾ ਰਿਹਾ, ਐਂ ਲੱਗੇ ਯਾਰ ਐਕਟਰ ਜ਼ੋਰ ਹੀ ਨਹੀਂ ਲਾ ਰਿਹਾ। ਸੋ ਮੈਨੂੰ ਤਾਂ ਐਕਟਰ ਹੋਣਾ ਚਾਹੀਦਾ ਜਿਹੜਾ ਲੱਗੇ ਵੀ ਜ਼ੋਰ ਹੀ ਨਹੀਂ ਲਾ ਰਿਹਾ। ਸੋ ਉਹ ਚੀਜ਼ਾਂ ਉਸ ਐਕਟਿੰਗ ਵਰਕਸ਼ਾਪ ਦੇ ਵਿੱਚ ਕੀਤੀਆਂ ਜਾਣਗੀਆਂ। ਜਿਹੜੇ ਵੀ ਦੋਸਤ ਇੰਟਰਸਟਿਡ ਨੇ ਉਹ ਜ਼ਰੂਰ 5 ਦਿਨ ਦੀ ਵਰਕਸ਼ਾਪ ਹੈ, ਡੇਲੀ 2 ਘੰਟੇ, ਸੋ 10 ਘੰਟੇ ਆਪਾਂ 5 ਦਿਨਾਂ ਦੇ ਵਿੱਚ ਕਰਾਂਗੇ। ਉਹਦੇ ਵਿੱਚੋਂ ਇਹ ਹੋਏਗਾ, ਕੁਛ ਹੋਰ ਤਾਂ ਨਹੀਂ ਰਹਿ ਗਿਆ ਮੇਰੇ ਤੋਂ ਅਨਾਉਂਸ ਕਰਾਉਣਾ? ਉਹ ਮੈਂ ਅਨਾਉਂਸ ਨਹੀਂ ਕਰ ਸਕਦਾ, ਬਾਕੀ ਗੱਲਾਂ ਜਿਹੜੀ ਬਾਅਦ ਵਾਲੀਆਂ ਜੀ। ਇਹ ਤਾਂ ਹੁਣ ਸਾਰੀਆਂ ਮੈਂ ਤਾਂ ਹੀ ਤਾਂ ਪੁੱਛ ਰਿਹਾ ਵੀ ਸਾਰੀਆਂ ਅਨਾਉਂਸਮੈਂਟ ਮੇਰੇ ਤੋਂ ਹੀ ਕਰਾਉਣੀਆਂ। ਉਹ ਕਰ ਦਾਂਗੇ ਜੇ ਮੇਰੇ ਤੋਂ ਹੀ ਕਰਾਣੀ ਮੈਂ ਦੁਬਾਰਾ ਕਰ ਦਾਂਗਾ, ਮੈਂ ਸੋ ਦੋਸਤੋ ਇੱਕ ਵਾਰੀ ਫੇਰ ਧਾਮੀ ਸਾਹਿਬ ਵੀ ਬਾਅਦ ਚ ਸਟੇਜ ਤੋਂ ਤੁਸੀਂ ਅਨਾਉਂਸ ਕਰ ਦਿਓ, ਉਹ ਤਾਂ ਤੁਸੀਂ ਕਰ ਦਿਓ, ਉਹ ਕੀਤੀ ਜਾਏਗੀ, ਉਹ ਤੁਹਾਡੇ ਮੂੰਹ ਚੰਗੀ ਲੱਗਣੀ ਹੈ। ਹਾਂ, ਮੇਰੇ ਮੂੰਹ ਤੋਂ ਕਾਫੀ ਕੁਝ ਹੋ ਗਿਆ। ਮੈਨੂੰ ਪਤਾ ਧਾਮੀ ਸਾਹਿਬ ਕੁਰਸੀ ਤੋਂ ਟੇਢੇ ਹੋ ਗਏ ਇੱਧਰਲੇ ਪਾਸੇ ਨੂੰ। ਹਾਂ, ਸੋ ਜੀ ਸ਼ੁਕਰੀਆ। ਸੋ ਦੋਸਤੋ ਗੱਲਾਂ ਬਹੁਤ ਨੇ ਕਰਨ ਵਾਲੀਆਂ, ਪਰ ਅੱਜ ਲਈ ਇੰਨੀਆਂ, ਤਾਂ ਕਿ ਜਦੋਂ ਮੈਂ ਅਗਲੀ ਵਾਰੀ ਆਵਾਂ ਉਦੋਂ ਵੀ ਸੁਖੀ ਬਾਠ ਹੋਣੀ ਰੂਬਰੂ ਜ਼ਰੂਰ ਰੱਖਣ। ਜਿਵੇਂ ਸਾਰੀਆਂ ਕਰ ਲਈਆਂ ਫਿਰ ਇਹਨਾਂ ਨਹੀਂ ਰੱਖਣਾ। ਸੋ ਫਿਰ ਵੀ ਤੁਹਾਡੇ ਜ਼ਿਹਨ 'ਚ ਕੋਈ ਗੱਲ ਹੋਵੇ, ਤੁਸੀਂ ਮੇਰੇ ਤੋਂ ਕੋਈ ਪੁੱਛਣਾ ਚਾਹੁੰਦੇ ਹੋਵੇ, ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋਵੇ, ਮੈਂ ਇੱਥੇ ਹਾਜ਼ਰ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਾਰਾ ਤੁਹਾਡੇ ਲਈ ਪਿਆਰ।